ਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੋ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੋ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੋ ਠਾਕੁਰ ਊਚ ਭਗਵਾਨਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੇ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੇ। ਦੀਨ ਦੁਨੀਆ ਦੇ ਮਾਲਕ, ਸਰਬ ਪ੍ਰਤਪਾਲਕ, ਗੁਰਗੱਦੀ ਤੇ ਸਭਾਏ ਮਾਨ ਪ੍ਰਕਾਸ਼ਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਨਿੱਘੀ ਗੋਦ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਤ ਸੰਗਤ ਜੀਓ। ਅਤਿਅੰਤ ਵੱਡੇ ਭਾਗ ਅਸਾਂ ਜੀਵਾਂ ਦੇ, ਜਿਨ੍ਹਾਂ ਤੇ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਇਹ ਅੰਮ੍ਰਿਤ ਵੇਲੇ ਦੀਆਂ ਘੜੀਆਂ, ਅੰਮ੍ਰਿਤ ਵੇਲੇ ਦੇ ਪਲ, ਜਿਨ੍ਹਾਂ ਪਲਾਂ ਅੰਦਰ ਉਸ ਸੱਚੇ ਦੀ ਸਿਫਤ ਸਲਾਹ ਵਡਿਆਈ ਕੀਤੀ ਜਾ ਰਹੀ ਹੈ। ਅੰਮ੍ਰਿਤ ਬਾਣੀ ਦੇ ਜਾਪ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਸ਼ਬਦ ਚੌਂਕੀ ਆਪ ਸਭ ਸੰਗਤਾਂ ਨੇ ਸਰਵਣ ਕੀਤੀ ਹੈ। ਸਮਾਂ ਪ੍ਰਾਪਤ ਹੋਇਆ ਸਾਹਿਬਾਂ ਦੀ ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਸ਼ਬਦ ਵਿਚਾਰ ਦਾ। ਸਤ ਸੰਗੀ ਜਨੋ, ਅੰਮ੍ਰਿਤ ਬਾਣੀ ਦਾ ਜਾਪ ਕਰਨਾ, ਸਿਮਰਨ ਕਰਨਾ ਇਸ ਤਰ੍ਹਾਂ ਹੈ ਜਿਵੇਂ ਇੱਕ ਖੂਹ ਲੱਗਿਆ ਹੈ। ਖੂਹ ਦੇ ਨਿਕਟ ਜਿਤਨੀ ਵੀ ਭੂਮੀ ਹੈ, ਧਰਤੀ ਹੈ,
ਉਹ ਨੇੜੇ ਨੇੜੇ ਦੇ ਜਿਤਨੇ ਵੀ ਖੇਤ ਹਨ ਉਹਨਾਂ ਨੂੰ ਸਿੰਚ ਸਕਦੀ ਹੈ। ਉਸ ਤੋਂ ਬਾਅਦ ਸਤਸੰਗੀ ਜਨੋ ਕੁਝ ਨਦੀਆਂ ਆ ਜਾਂਦੀਆਂ ਨੇ, ਜਿਹੜੀਆਂ ਨਦੀਆਂ ਜਿੱਥੋਂ ਤੱਕ ਪਹੁੰਚ ਕਰ ਲੈਂਦੀਆਂ ਨੇ ਉੱਥੋਂ ਤੱਕ ਧਰਤੀ ਭੂਮੀ ਜਿਹੜੀ ਹੈ ਉਹ ਸਿੰਚੀ ਜਾ ਸਕਦੀ ਹੈ। ਤੇ ਸਿੰਚੀ ਹੋਈ ਭੂਮੀ ਫਸਲ ਦਿੰਦੀ ਏ, ਹਰਿਆਵਲ ਦਿੰਦੀ ਏ ਤੇ ਖੇੜਾ ਮੰਨਿਆ ਜਾਂਦਾ ਹੈ। ਪਰ ਸਤਸੰਗੀ ਜਨੋ ਜਦੋਂ ਧਰਤੀ ਦੇ ਉੱਪਰ ਆਕਾਸ਼ ਤੋਂ ਬੱਦਲਾਂ ਤੋਂ ਮੌਲੇ ਧਾਰ ਮੀਂਹ ਵਰਸਦਾ ਹੈ ਤੇ ਉਹ ਫਿਰ ਕੋਈ ਧਰਤੀ ਦੀ ਸੀਮਾ ਨਹੀਂ। ਇਹ ਨਹੀਂ ਕਿ ਖੂਹ ਦੇ ਨੇੜੇ ਨੇੜੇ ਵਾਲੇ ਹੀ ਖੇਤਾਂ ਨੂੰ ਨਮੀ ਮਿਲੇਗੀ ਜਾਂ ਨਦੀ ਦੇ ਘੇਰੇ ਅੰਦਰ ਆਉਂਦੇ ਹੀ ਖੇਤਾਂ ਨੂੰ ਨਮੀ ਮਿਲੇਗੀ। ਭਾਵੇਂ ਕੋਈ ਉੱਚਾ ਟਿੱਬਾ ਹੈ, ਭਾਵੇਂ ਕੋਈ ਨੀਵਾਂ ਹੈ, ਮੌਲੇ ਧਾਰ ਮੀਂਹ ਜਦੋਂ ਪੈਂਦਾ ਹੈ ਉਹ ਉੱਚੇ ਨੀਵੇਂ ਟਿੱਬਿਆਂ ਨੂੰ ਸਭਨਾਂ ਨੂੰ ਨਮੀ ਦੇ ਦਿੰਦਾ ਹੈ। ਤੇ ਸਤਸੰਗੀ ਜਨੋ ਜਦੋਂ ਨਮੀ ਹੋਵੇ ਤੇ ਕਿਸਾਨ, ਸਿਆਣਾ ਕਿਸਾਨ ਉਸ ਸਮੇਂ ਦੀ ਸੰਭਾਲ ਕਰਕੇ ਕੁਝ ਨਾ ਕੁਝ ਬੀਜ ਲੈਂਦਾ ਹੈ। ਤੇ ਜਿਹੜਾ ਅਗਿਆਨੀ ਹੈ ਉਹ ਧਿਆਨ ਨਹੀਂ ਦਿੰਦਾ, ਸਮਾਂ ਅਜਾਏ ਹੀ ਗਵਾ ਦਿੰਦਾ ਹੈ ਤੇ ਸਮਾਂ ਪਾ ਕਰਕੇ ਫਿਰ ਉਹ ਧਰਤੀ ਜਿਹੜੀ ਹੈ ਕਠੋਰ ਹੋ ਜਾਂਦੀ ਹੈ। ਅੰਮ੍ਰਿਤ ਬਾਣੀ ਦਾ ਸਿਮਰਨ ਆਪ ਜੀ ਨੇ ਕੀਤਾ, ਸਰਵਣ ਕੀਤਾ, ਜਾਪ ਕੀਤੇ ਉਪਰੰਤ ਅੰਮ੍ਰਿਤ ਬਾਣੀ ਦੀ ਵਰਖਾ ਕੀਰਤਨ ਦੇ ਰਾਹੀਂ ਹੋਈ। ਨਦੀਆਂ ਦੀ ਨਿਆਈ ਜਿੱਥੇ ਤੱਕ ਅੰਮ੍ਰਿਤ ਬਾਣੀ ਕੀਰਤਨ ਦਾ ਘੇਰਾ ਬਣਿਆ ਉੱਥੇ ਤੱਕ ਉਸ ਦੀ ਨਮੀ ਪਹੁੰਚੀ ਹੈ। ਪਰ ਸ਼ਬਦ ਵਿਚਾਰ ਸਤਸੰਗੀ ਜਨੋ ਉਹ ਮੌਲੇ ਧਾਰ ਮੀਂਹ ਹੈ ਜਿਹੜਾ ਲਗਾਤਾਰ ਪੈ ਕੇ ਧਰਤੀ ਦੇ ਸਥਲ ਤੱਕ ਚਲਿਆ ਜਾਂਦਾ ਹੈ। ਭਾਵ ਜਦੋਂ ਸ਼ਬਦ ਦੀ ਸਮਝ ਲੱਗ ਜਾਂਦੀ ਹੈ ਨਾ, ਫਿਰ ਕੰਨ ਰਸ ਨਹੀਂ, ਮਨ ਰਸ ਨਹੀਂ, ਜਿਹਬਾ ਰਸ ਨਹੀਂ, ਫਿਰ ਹਿਰਦੇ ਦਾ ਰਸ ਬਣ ਜਾਂਦਾ ਹੈ। ਉਹ ਰਸ ਬਣ ਜਾਂਦਾ ਹੈ ਜਿਸ ਰਸ ਨੂੰ ਚੱਖ ਕਰਕੇ ਹੋਰ ਸਭ ਰਸ ਫਿਰ ਫਿੱਕੇ ਲੱਗਦੇ ਨੇ। ਤੇ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਸ਼ਬਦ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਅਸਾਂ ਜੀਵਾਂ ਤੇ ਬਖਸ਼ਿਸ਼ਾਂ ਕੀਤੀਆਂ ਨੇ। ਸਤਸੰਗੀ ਜਨੋ ਇਹ ਪਾਵਨ ਸ਼ਬਦ ਲੜੀਵਾਰ ਜੋ ਆਪ ਜੀ ਸਰਵਣ ਕਰ ਰਹੇ ਹੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 1068 ਦੇ ਉੱਪਰ ਸਭਾਏਮਾਨ ਹੈ। ਹੁਣ ਸਤਸੰਗੀ ਜਿਹਨੂੰ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਇਹਨਾਂ ਸ਼ਬਦਾਂ ਦਾ ਉਚਾਰਨ ਮਾਰੂ ਰਾਗ ਦੇ ਵਿੱਚ ਕੀਤਾ ਹੈ। ਮਾਰੂ ਰਾਗ ਦੇ ਵਿੱਚ ਸਤਿਗੁਰੂ ਨੇ ਜਦੋਂ ਸ਼ਬਦ ਆਰੰਭ ਕੀਤਾ ਤੇ ਸਤਿਗੁਰ ਕਹਿੰਦੇ ਨਦਰੀ ਭਗਤਾਂ ਲਹਿਓ ਮਿਲਾਏ, ਭਗਤ ਸਲਾਹਨ ਸਦਾ ਲਿਵ ਲਾਏ। ਜਦੋਂ ਆਪਣੇ ਪਿਆਰਿਆਂ ਤੇ ਪਰਮੇਸ਼ਰ ਨਦਰ ਕਰਦਾ ਏ, ਰਹਿਮਤ ਕਰਦਾ ਏ, ਜਦੋਂ ਰਹਿਮਤ ਹੁੰਦੀ ਏ ਤਾਂ ਪਿਆਰੇ ਸਤਸੰਗੀ ਜਨੋਂ ਫਿਰ ਸੇਵਾ ਵਿੱਚ ਲੱਗ ਜਾਂਦੇ ਨੇ। ਸੇਵਾ ਤੋਂ ਜੁਗਤ ਪ੍ਰਾਪਤ ਕਰ ਜਾਂਦੇ ਨੇ ਤੇ ਜੁਗਤ ਤੋਂ ਭਗਤੀ ਪ੍ਰਾਪਤ ਕਰ ਜਾਂਦੇ ਨੇ। ਹੁਣ ਭਗਤੀ ਇੱਕ ਉਹ ਮਾਰਗ ਹੈ ਜਿਸ ਮਾਰਗ ਤੇ ਚੱਲ ਕਰਕੇ ਆਪਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਪਰ ਇਹ ਵੀ ਪਰਮੇਸ਼ਰ ਪਰਮਾਤਮਾ ਦੀ ਕਿਰਪਾ, ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਨਦਰੀ ਭਗਤਾਂ ਲਹਿਓ ਮਿਲਾਏ, ਭਗਤ ਸਲਾਹਨ ਸਦਾ ਲਿਵ ਲਾਏ। ਤੇ ਜਿਹੜੇ ਭਗਤ ਜਨ ਨੇ ਉਹ ਫਿਰ ਆਪਣੇ ਪਿਆਰੇ ਵਿੱਚ ਮਨ ਜੋੜ ਲੈਂਦੇ ਨੇ ਤੇ ਸਦਾ ਸਲਾਹ ਕਰਦੇ ਨੇ, ਸਿਫਤ ਕਰਦੇ ਨੇ, ਵਡਿਆਈ ਕਰਦੇ ਨੇ।
ਤੇ ਸਤ ਸੰਗੀ ਜਨੋ ਇਹ ਬੰਦ ਆਪ ਜੀਆਂ ਨੇ 4 ਬੰਦਾਂ ਦੀ ਵਿਚਾਰ ਕੱਲ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਇਹਨਾਂ ਹੀ ਸ਼ਬਦਾਂ ਦਾ ਅਗਲਾ 5ਵਾਂ ਬੰਦ ਦੀ ਆਰੰਭਤਾ ਕਰਕੇ ਆਪਾਂ ਵਿਚਾਰ ਕਰਨੀ ਹੈ। ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੀਏ, ਦਿਓ ਅਸੀਸ ਲਵਾਓ, ਹਾਜ਼ਰੀ ਬੁਲਾਓ, ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰੋ ਮਹੱਲਾ ਤੀਜਾ। ਆਵਣ ਜਾਣਾ ਸ਼ਬਦ ਨਿਵਾਰੇ, ਸਚ ਨਾਮ ਰਖੈ ਔਰ ਧਾਰੇ। ਆਵਣ ਜਾਣਾ, ਹੁਣ ਇਸ ਸੰਸਾਰ ਅੰਦਰ ਮਨੁੱਖ ਦਾ ਆਉਣਾ ਜਾਣਾ ਬਣਿਆ ਹੈ, ਪਰ ਇਹ ਨਿਵਾਰਿਆ ਕਿਵੇਂ ਜਾਵੇ? ਆਉਣਾ ਜਾਣਾ ਖਤਮ ਕਿਵੇਂ ਹੋਵੇ? ਕਿਉਂਕਿ ਜਿਤਨੀ ਦੇਰ ਤੱਕ ਜੀਵਨ ਮੁਕਤ ਨਹੀਂ ਹੁੰਦਾ, ਆਤਮਾ ਪਰਮਾਤਮਾ 'ਚ ਲੀਨ ਨਹੀਂ ਹੁੰਦੀ, ਓਨੀ ਦੇਰ ਤੱਕ ਸਤ ਸੰਗੀ ਜਨੋ ਆਉਣਾ ਜਾਣਾ ਬਣਿਆ ਰਹੇਗਾ। ਕਰਮਾਂ ਦੇ ਅਨੁਸਾਰ ਜਿਹੋ ਜਿਹੇ ਕਰਮ ਕਮਾਵਾਂਗੇ ਉਹੋ ਜਿਹਾ ਫਲ ਪਾਵਾਂਗੇ। ਜਿਹੋ ਜਿਹੇ ਕਰਮ ਕਮਾਏ, ਜਿਹੋ ਜਿਹੀ ਮਨ ਦੀ ਮਨਸਾ ਰੱਖੀ, ਉਹੋ ਜਿਹੀ ਜੂਨੀ ਵੀ ਪ੍ਰਾਪਤ ਹੋ ਗਈ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਬੋਲ ਨੇ ਨਾ ਕਿ ਮਨੁੱਖ ਜੋ ਸਿਮਰਦਾ ਹੈ ਉਹਨੂੰ ਉਹੀ ਜੋਨੀ ਪ੍ਰਾਪਤ ਹੋ ਜਾਂਦੀ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਸਤਿਗੁਰੂ ਜੀ ਨੇ ਆਪ ਇਹ ਸਾਨੂੰ ਦੱਸਣਾ ਕੀਤਾ ਹੈ। ਹੁਣ ਸਤ ਸੰਗੀ ਜਨੋ, ਮੇਰੇ ਸਤਿਗੁਰੂ ਜੀ ਕਹਿ ਰਹੇ, ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਵੀ ਤੇਰਾ ਆਉਣਾ ਜਾਣਾ ਤੇ ਇਸ ਸੰਸਾਰ ਤੇ ਬਣਿਆ ਹੈ, ਪਰ ਇਹ ਨਿਵਾਰਿਆ ਕਿਵੇਂ ਜਾ ਸਕਦਾ ਹੈ? ਇੱਥੋਂ ਤੂੰ ਬਚ ਕਿਵੇਂ ਸਕਦਾ ਹੈ? ਤੇ ਹੁਣ ਸਤ ਸੰਗੀ ਜਨੋ, ਜਿਹੜੀ ਗੱਲ ਮੇਰੇ ਸਤਿਗੁਰੂ ਜੀ ਨੇ ਪਹਿਲਾਂ ਸਾਡੇ ਸਾਹਮਣੇ ਸਵਾਲ ਦੇ ਰੂਪ ਵਿੱਚ ਰੱਖੀ ਹੈ ਤੇ ਉਹਦਾ ਜਵਾਬ ਵੀ ਕਿਸੇ ਹੋਰ ਕੋਲ ਨਹੀਂ ਕਿਹਾ। ਸਤਿਗੁਰੂ ਜੀ ਇੰਨੇ ਕਿਰਪਾਲੂ ਤੇ ਦਿਆਲੂ ਨੇ, ਆਪ ਹੀ ਉਹਨਾਂ ਸ਼ਬਦਾਂ ਦਾ, ਪ੍ਰਸ਼ਨਾਂ ਦਾ ਉੱਤਰ ਦਿੰਦੇ ਨੇ। ਉੱਠੇ ਹੋਏ ਸਵਾਲਾਂ ਦਾ, ਜੀਵਨ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ, ਸਮਝਾਉਂਦੇ ਨੇ ਮੇਰੇ ਸਤਿਗੁਰੂ ਜੀ। ਸਤ ਸੰਗੀ ਜਨੋ, ਸੰਸਾਰ ਦੇ ਅੰਦਰ ਬੜੇ ਉਸਤਾਦ ਨੇ, ਬੜੇ ਟੀਚਰ ਨੇ, ਬੜੇ ਗੁਰੂ ਬਣੇ ਨੇ, ਪਰ ਗੁਰੂਆਂ ਨੇ ਆਪਣੇ ਤੱਕ ਸੀਮਤ ਰੱਖਿਆ ਹੈ। ਹਰ ਗੁਰੂ ਇਹ ਗੱਲ ਕਹਿੰਦਾ ਹੈ, ਤੁਸੀਂ ਵੀ ਸੁਣਿਆ ਹੋਵੇਗਾ ਕਿ ਜੋ ਕੁਝ ਇਹ ਸਿੱਖ ਗਿਆ, ਇਹਨੂੰ ਜੋ ਸਿਖਾਉਣਾ ਹੀ ਸਿਖਾਇਆ, ਪਰ ਹਜੇ ਵੀ ਕੁਝ ਐਸੀਆਂ ਜੁਗਤਾਂ ਨੇ ਜਿਹੜੀਆਂ ਮੇਰੇ ਕੋਲ ਹੀ ਨੇ। ਗੁਰੂ ਗੁਰੂ ਹੀ ਹੁੰਦਾ ਹੈ, ਚੇਲਾ ਚੇਲਾ ਹੀ ਹੁੰਦਾ ਹੈ। ਇਹ ਆਮ ਗੁਜ਼ਰੇ ਸੰਸਾਰ ਦੇ ਉਸਤਾਦ ਨੇ ਨਾ, ਸੰਸਾਰੀ ਗੁਰੂ ਨੇ, ਉਹ ਕਹਿੰਦੇ ਨੇ। ਪਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਘਰ ਅੰਦਰ ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ, ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪੇ ਗੁਰੂ ਤੇ ਆਪੇ ਚੇਲਾ। ਇਸ ਘਰ ਦੇ ਵਿੱਚ ਹੀ ਇਹ ਐਸਾ ਹੋਇਆ ਹੈ ਕਿ ਆਪਣੇ ਸੇਵਕਾਂ ਨੂੰ ਆਪਣੀ ਸਮਾਨਤਾ ਬਖਸ਼ਿਸ਼ ਕੀਤੀ ਹੈ। ਸਮਾਨਤਾ, ਇੱਕ ਬਰਾਬਰਤਾ। ਤੇ ਸਤਿਗੁਰੂ ਜੀ ਨੇ ਕਹਿਣਾ ਕੀਤਾ, ਭਈ ਦੇਖ, ਤੈਨੂੰ ਸਮਝਾਵਾਂਗਾ ਵੀ ਮੈਂ, ਦੱਸਾਂਗਾ ਵੀ ਮੈਂ, ਕਿਉਂਕਿ ਮੈਂ ਚਾਹੁੰਦਾ ਵਾਂ ਕਿ ਤੂੰ ਆਤਮਾ ਹੈ ਤੇ ਇੱਕ ਪਰਮਾਤਮਾ ਹੈ, ਤੇਰੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਵੇ। ਇਹ ਗੁਰੂ ਦਾ ਪਹਿਲਾ ਫਰਜ਼ ਹੈ। ਗੁਰੂ ਇਹ ਚੀਜ਼ ਚਾਹੁੰਦਾ ਹੈ। ਗੁਰੂ ਚਾਹੁੰਦਾ ਹੈ ਕਿ ਜਿਤਨੀਆਂ ਵੀ ਆਤਮਾ ਨੇ ਨਾ, ਉਹ ਪਰਮਾਤਮਾ 'ਚ ਲੀਨ ਹੋ ਜਾਣ ਤੇ ਮੁਕਤੀ ਪਦ ਪ੍ਰਾਪਤ ਕਰ ਲੈਣ। ਪਰ ਸੰਸਾਰੀ ਗੁਰੂ ਜਿਹੜੇ ਨੇ, ਉਹ ਕੇਵਲ ਆਪਣੇ ਤੱਕ ਸੀਮਤ ਰਹਿੰਦੇ ਨੇ ਵੀ ਮੇਰੀ ਇਹ ਸੇਵਾ ਕਰਦਾ ਰਵੇ, ਮੇਰੇ ਗੋਡੇ ਘੁੱਟਦਾ ਰਵੇ, ਮੇਰੇ ਡੇਰੇ 'ਤੇ ਆਉਂਦਾ ਰਵੇ, ਮੇਰੇ ਨਾਲ ਇਹਦਾ ਸੰਬੰਧ ਬਣਿਆ ਰਵੇ। ਉਹ ਕਦੀ ਸੰਬੰਧ ਤੋੜਦਾ ਨਹੀਂ। ਪਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਵੀ ਸਤ ਸੰਗੀ ਜਨੋ ਆਪਣੇ ਨਾਲ ਨਹੀਂ ਜੋੜਦੇ,
ਅੱਜ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ, ਦਸਾਂ ਪਾਤਸ਼ਾਹੀਆਂ ਦੀ ਅੰਮ੍ਰਿਤ ਬਾਣੀ ਜਿਹੜੀ ਹੈ ਨਾ, ਸਤ ਸੰਗੀ ਜਨੋ ਨਿਰੰਕਾਰ ਦੇ ਨਾਲ ਜੋੜਦੀ ਹੈ, ਸੰਸਾਰ ਨਾਲ ਤੋੜ ਕੇ ਨਿਰੰਕਾਰ ਨਾਲ ਜੋੜਨ ਦਾ ਯਤਨ ਕਰ ਰਹੀ ਹੈ। ਸਤਿਗੁਰ ਕਹਿਣਗੇ ਆਵਣ ਜਾਣਾ ਸ਼ਬਦ ਨਿਵਾਰੇ। ਸ਼ਬਦ ਦੀ ਕਮਾਈ ਕਰਨਾ ਕਰ, ਤੇਰਾ ਆਉਣਾ ਜਾਣਾ ਨਿਵਾਰਿਆ ਜਾਵੇਗਾ। ਸ਼ਬਦ ਦੀ ਕਮਾਈ ਕਰ। ਹੁਣ ਸ਼ਬਦ ਦੀ ਕਮਾਈ ਸਤ ਸੰਗੀ ਜਨੋ ਸਾਨੂੰ ਸਾਡੇ ਹੀ ਗੁਰੂ ਕੋਲੋਂ ਲੈ ਕਰਕੇ ਸਾਨੂੰ ਹੀ ਸ਼ਬਦ ਦੇ ਦਿੱਤਾ ਜਾਂਦਾ ਹੈ। ਸਾਨੂੰ ਕਿਹਾ ਜਾਂਦਾ ਵੀ ਇਹਨੂੰ ਕਿਸੇ ਨੂੰ ਦੱਸਣਾ ਨਹੀਂ, ਇਹਨੂੰ ਜਪੋ, ਇਹਨੂੰ ਧਿਆਵੋ। ਅਸੀਂ ਸੋਚਦੇ ਹਾਂ ਵੀ ਬੜਾ ਵੱਡਾ ਇਹ ਗੁਰੂ ਹੈ ਜਿਹਨੇ ਸਾਨੂੰ ਸ਼ਬਦ ਦਿੱਤਾ, ਨਾਲੇ ਸਾਨੂੰ ਕਿਹਾ ਵੀ ਕਿਸੇ ਨੂੰ ਦੱਸਣਾ ਨਹੀਂ, ਜਪਣਾ ਆ। ਉਹ ਕਹੇ ਹੋਏ ਤੇ ਅਸੀਂ ਭਰੋਸਾ ਕਰ ਲੈਂਦੇ ਹਾਂ, ਪਰ ਜਿਹੜਾ ਪੁਕਾਰ ਕੇ ਕਹਿ ਰਿਹਾ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਾਂ ਪੁਕਾਰ ਕੇ ਆਵਾਜ਼ ਦੇ ਕੇ ਕਹਿ ਰਹੇ ਨੇ ਆਪ ਹੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਸਭਨਾਂ ਤੋਂ ਸ੍ਰੇਸ਼ਟ ਜਿਹਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ ਉਹ ਅੰਮ੍ਰਿਤ ਬਾਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਤਿਸ ਜੇਵੜ ਅਵਰ ਨਾ ਕੋਏ। ਜਿਹਦੀ ਬਰਾਬਰਤਾ ਕੋਈ ਕਰ ਹੀ ਨਹੀਂ ਸਕਦਾ। ਸ੍ਰੇਸ਼ਟ ਆ, ਉੱਤਮ ਆ ਭਈ ਉਸ ਨੂੰ ਤੂੰ ਜਪਣਾ ਕਰ, ਉਸ ਦੀ ਕਮਾਈ ਕਰਨਾ ਕਰ। ਕਮਾਈ ਤੋਂ ਭਾਵ ਸਤ ਸੰਗੀ ਜਨੋ ਪਹਿਲਾਂ ਤਾਂ ਉਸ ਬਾਣੀ ਦੇ ਸ਼ਬਦ ਨੂੰ ਕੰਠ ਕਰਨਾ ਹੈ। ਪਹਿਲੀ ਕਮਾਈ ਇਹ ਹੈ ਸਾਡੀ। ਹੁਣ ਕੰਠ ਕਰ ਲਿਆ, ਆਪਾਂ ਨੂੰ ਸ਼ਬਦ ਯਾਦ ਹੋ ਗਿਆ ਸਤਿਗੁਰੂ ਜੀ ਕਹਿਣਾ ਕੀ ਚਾਹੁੰਦੇ ਨੇ। ਫਿਰ ਸ਼ਬਦ ਦੀ ਵਿਚਾਰ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਤੁਸੀਂ ਅੱਜ ਅਰਥ ਸੁਣ ਲਓ ਇੱਕ ਸ਼ਬਦ ਦੇ, ਕੱਲ ਨੂੰ ਤੁਸੀਂ ਇਸ ਅਰਥ ਸੁਣੋਗੇ ਤੇ ਕੁਝ ਹੋਰ ਹੋਣਗੇ, ਪਰਸੋਂ ਸੁਣੋਗੇ ਕੁਝ ਹੋਰ ਹੋਣਗੇ। ਹਰ ਰੋਜ਼ ਨਵੀਂ ਵਿਚਾਰਧਾਰਾ ਗੁਰੂ ਸਾਹਿਬ ਨੂੰ ਦੇਣੀ ਹੈ। ਕਿਉਂ? ਕਿਉਂਕਿ ਸਾਡਾ ਜੀਵਨ ਜਿਹੜਾ ਹੈ ਇਹ ਵੱਧ ਰਿਹਾ ਹੈ, ਜੀਵਨ ਸੰਸਾਰ ਵੱਲ ਨੂੰ ਜਾ ਰਿਹਾ ਹੈ। ਤੇ ਜੇ ਅੱਜ ਦੀ ਗੱਲ ਅੱਜ ਹੀ ਸਤਿਗੁਰ ਕਰਕੇ ਛੱਡ ਦੇਣ ਤੇ ਕੱਲ ਦੇ ਆਉਣ ਵਾਲੇ ਸਮਾਜ ਦੇ ਅੰਦਰ ਕੁਝ ਹੋਰ ਅਵਿਸ਼ਕਾਰ ਹੋ ਜਾਣ, ਫਿਰ ਮਨੁੱਖ ਭਰਮ ਦੇ ਵਿੱਚ ਪੈ ਜਾਂਦਾ। ਪਰ ਸਤਿਗੁਰੂ ਜੀ ਫਿਰ ਉਹਨੂੰ ਉਸੇ ਅਵਿਸ਼ਕਾਰਾਂ ਦੇ ਹਿਸਾਬ ਨਾਲ ਫਿਰ ਸਮਝਾਉਣ ਦਾ ਯਤਨ ਕਰਦੇ ਨੇ, ਫਿਰ ਸਮਝਾਉਣ ਦਾ ਯਤਨ ਕਰਦੇ ਨੇ। ਸਤਿਗੁਰ ਕਹਿੰਦੇ ਨੇ ਵੀ ਸ਼ਬਦ ਕੰਠ ਕਰ ਲੈ, ਪਹਿਲੀ ਕਮਾਈ ਹੈ। ਹੁਣ ਸ਼ਬਦ ਦੀ ਵਿਚਾਰ ਕਰਨੀ ਹੈ, ਤੇਰੀ ਕਮਾਈ ਹੈ ਦੂਸਰੀ। ਵਿਚਾਰਤ ਨੂੰ ਅਰਥ ਪਤਾ ਹੋਣੇ ਚਾਹੀਦੇ ਨੇ, ਭਾਵ ਪਤਾ ਹੋਣੇ ਚਾਹੀਦੇ ਨੇ, ਵਿਸ਼ਰਾਮ ਪਤਾ ਹੋਣੇ ਚਾਹੀਦੇ ਨੇ। ਤੀਸਰੀ ਕਮਾਈ ਹੈ ਉਸ ਸ਼ਬਦ ਦੀ ਵਿਚਾਰ ਧਾਰਾ ਤੇ ਚੱਲਣਾ, ਉਸ ਸ਼ਬਦ ਦੀ ਵਿਚਾਰ ਧਾਰਾ ਤੇ ਚੱਲਣਾ। ਸ਼ਬਦ ਜੋ ਕਹਿ ਰਿਹਾ ਉਹ ਕਰਨਾ। ਹੁਣ ਸ਼ਬਦ ਕਹਿ ਰਿਹਾ ਅੰਮ੍ਰਿਤ ਵੇਲੇ ਉੱਠਣਾ ਤੇ ਅਸੀਂ ਉੱਠਦੇ ਹਾਂ ਸੂਰਜ ਚੜ੍ਹੇ। ਹੁਣ ਸ਼ਬਦ ਦੀ ਕਮਾਈ ਤਾਂ ਨਾ ਹੋਈ। ਸ਼ਬਦ ਦੀ ਕਮਾਈ ਹੈ ਕਿ ਕਿਸੇ ਦਾ ਬੁਰਾ ਨਹੀਂ ਲੋਚਣਾ। ਮਨ ਬੁਰਾਈਆਂ ਲੋਚਦਾ ਹੈ, ਮਨ ਬੁਰਾਈਆਂ ਲੋਚਦਾ ਹੈ, ਮਨ ਈਰਖਾ ਕਰਦਾ ਹੈ, ਨਿੰਦਿਆ ਕਰਦਾ ਹੈ, ਚੁਗਲੀ ਕਰਦਾ ਹੈ, ਮਨ ਵਿਰੋਧਤਾ ਕਰਦਾ ਹੈ। ਤੇ ਸ਼ਬਦ ਤਾਂ ਰੋਕ ਲਿਆ ਹੈ, ਪਰ ਕਾ ਬੁਰਾ ਨਾ ਰਾਖੋ ਚੀਤ। ਭਈ ਵੀ ਮਨ ਨੂੰ ਸਮਝਾਇਆ ਜਾ ਰਿਹਾ ਵੀ ਤੂੰ ਕਿਸੇ ਦਾ ਬੁਰਾ ਨਹੀਂ ਲੋਚਣਾ। ਹੁਣ ਜਿਹੜੀ ਕਮਾਈ ਤੋਂ ਭਾਵ ਹੈ ਜਿਹੜਾ ਗੱਲ, ਜਿਹੜਾ ਸ਼ਬਦ, ਜਿਹੜੀ ਵਿਚਾਰਧਾਰਾ ਗੁਰੂ ਦੇ ਰਿਹਾ ਉਹਦੇ ਉੱਪਰ ਚੱਲ। ਤੇ ਜਿਨ੍ਹਾਂ ਨੇ ਸਤ ਸੰਗੀ ਜਿਹਨਾਂ ਸ਼ਬਦ ਦੀ ਕਮਾਈ ਕੀਤੀ ਹੈ ਨਾ, ਉਹਨਾਂ ਦਾ ਜੀਵਨ ਸਫਲ ਹੋਇਆ ਹੈ। ਕੇਵਲ ਜੀਵਨ ਸਫਲ ਨਹੀਂ ਹੋਇਆ, ਉਹਨਾਂ ਦੇ ਨਾਮ ਨੂੰ, ਉਹਨਾਂ ਨੂੰ ਅੱਜ ਵੀ ਸੰਸਾਰ ਜਗਤ ਸਲਾਹੁੰਦਾ ਹੈ, ਯਾਦ ਕਰਦਾ ਹੈ। ਉਮਰ ਭਾਵੇਂ ਛੋਟੀ ਹੈ ਤੇ ਉਦਾਹਰਨ ਦਿੱਤੀ ਗਈ ਗੁਰਬਾਣੀ 'ਚ ਭਗਤਾਂ ਦੀ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿਉਂਕਿ ਉਹਨਾਂ ਨੇ ਕਮਾਈ ਕੀਤੀ, ਸ਼ਬਦ ਦੀ ਕਮਾਈ ਕੀਤੀ ਹੈ। ਸਤਿਗੁਰ ਕਹਿੰਦੇ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰ, ਸ਼ਬਦ ਦੀ ਕਮਾਈ ਕਰ, ਆਵਣ ਜਾਣਾ ਸ਼ਬਦ ਨਿਵਾਰ ਹੈ। ਤੇਰੇ ਤੇ ਜਿਹੜੇ ਸੰਕਟ ਆਉਂਦੇ ਨੇ, ਕਿਉਂਕਿ ਪਹਿਲੇ ਬੰਦ ਅੰਦਰ ਤੁਸੀਂ
ਕੱਲ ਵਿਚਾਰਿਆ ਸੀ ਕਿ ਬਹੁਤ ਸੰਕਟ ਜੋਨੀ ਭਰਮਾਏ। ਹੁਣ ਜਦੋਂ ਜੋਨਾਂ ਦੇ ਵਿੱਚ ਮਨੁੱਖ ਪੈਂਦਾ ਹੈ ਨਾ, ਫਿਰ ਸੰਕਟ ਹੀ ਹੈ ਨਾ। ਸੰਕਟ ਤੋਂ ਭਾਵ ਦੁਖੀ ਹੋਣਾ, ਪਰੇਸ਼ਾਨ ਹੋਣਾ। ਹੁਣ ਕਿਸੇ ਵੀ ਜੂਨ ਜੇ ਕੋਈ ਬੋਲ ਸਕਦੀ ਹੋਵੇ ਉਹਨੂੰ ਪੁੱਛ ਕੇ ਦੇਖ ਲਓ, ਜੋ ਦੱਸ ਸਕਦੀ ਹੋਵੇ ਕਿ ਇਸ ਕੂਕਰ ਨੂੰ ਕੋਈ ਜ਼ਬਾਨ ਦੇ ਦੇਵੇ ਪਰਮਾਤਮਾ, ਉਹਨੂੰ ਪੁੱਛ ਕੇ ਦੇਖੋ ਵੀ ਤੇਰਾ ਜੀਵਨ ਕਿਵੇਂ ਦਾ। ਉਹ ਦੱਸੇਗਾ, ਕਹਿੰਦਾ ਦਰ ਦਰ 'ਤੇ ਮੈਨੂੰ ਭਟਕਣਾ ਪੈਂਦਾ, ਸੋਚੋ ਸੋਟੀਆਂ ਪੈਂਦੀਆਂ, ਮੈਨੂੰ ਭੁੱਖਾ ਰਹਿਣਾ ਪੈਂਦਾ, ਮਾਰ ਪੈਂਦੀ ਹੈ ਮੈਨੂੰ, ਮੈਂ ਇੰਨਾ ਬੁਲਾਰਾ ਕਰਦਾ ਵਾਂ, ਇੰਨਾ ਭੌਂਕਦਾ ਵਾਂ, ਪਰ ਮੇਰੀ ਕੋਈ ਸੁਣਦਾ ਹੀ ਨਹੀਂ, ਮੇਰੀ ਕੋਈ ਸੁਣਦਾ ਹੀ ਨਹੀਂ। ਹੁਣ ਸਤ ਸੰਗੀ ਜਨੋ, ਜਿਤਨੇ ਵੀ ਜੀਵ ਜੰਤੂ ਨੇ ਨਾ, ਇਹਨਾਂ ਨੂੰ ਜੇ ਕਿਤੇ ਪੁੱਛ ਲਈਏ ਨਾ, ਇਹ ਆਪਣੇ ਸੰਕਟ ਦੱਸਣਗੇ। ਅਸੀਂ ਕਿਸੇ ਸਰਪ ਨੂੰ ਪੁੱਛ ਕੇ ਦੇਖੀਏ ਭਈ ਤੇਰੀ ਉਮਰ ਕਿੰਨੀ ਹੈ, ਕਹੇਗਾ ਬੜੀ ਵੱਡੀ ਹੈ ਜੀ, ਉਮਰ ਬੜੀ ਆਰਜਾ ਬੜੀ ਲੰਬੀ ਹੈ। ਕਿੰਨੀ ਹੈ ਜੀ, ਕਹਿੰਦੇ 100 ਸਾਲ ਤੋਂ ਵੀ ਉੱਪਰ ਹੈ ਸੱਪ ਦੀ ਉਮਰ ਤਾਂ। ਪਰ ਤੇਰੀ ਉਮਰ ਤੈਨੂੰ ਇਹ ਚਾਹੀਦੀ ਹੈ? ਉਹ ਕਹੇਗਾ ਜੀ ਹੱਥ ਜੋੜੇ, ਮੈਨੂੰ ਨਹੀਂ ਚਾਹੀਦੀ। ਕੱਟ ਸਕਦੇ ਹੋ, ਮਾਰ ਸਕਦੇ ਹੋ, ਮਾਰ ਦਿਓ। ਕਿਉਂ? ਕਿਉਂਕਿ ਸਤ ਸੰਗੀ ਜਨੋ ਉਹ ਜ਼ਹਿਰ ਲੈ ਕੇ ਕੰਠ ਦੇ ਵਿੱਚ ਤੁਰਿਆ ਫਿਰਦਾ ਹੈ। ਤੇ ਜਿਹੜਾ ਜ਼ਹਿਰ ਲੈ ਕੇ ਕੰਠ ਵਿੱਚ ਤੁਰਿਆ ਫਿਰਦਾ ਹੈ ਤੇ ਧਰਤੀ ਤੇ ਰੇਂਗ ਰਿਹਾ ਹੈ, ਰੇਂਗਦਾ ਹੋਇਆ। ਮਨੁੱਖ ਤਾਂ ਆਪਣੇ ਮਹੱਲ ਬਣਾ ਕੇ ਕਹਿੰਦਾ ਵੀ ਮੈਂ ਵੱਡੇ ਮਹੱਲ ਬਣਾ ਲਏ, ਪਰ ਜਦੋਂ ਲక్ష్ਮੀ ਨੂੰ ਸਿਮਰਦਿਆਂ ਅੰਤ ਆ ਜਾਂਦਾ ਹੈ, ਸੱਪ ਦੀ ਜੂਨ ਮਿਲ ਜਾਂਦੀ ਹੈ, ਫਿਰ ਆਪਣੀ ਖੁੱਡ ਵੀ ਨਹੀਂ ਬਣਾਈ ਜਾਂਦੀ, ਆਪਣੀ ਖੁੱਡ ਵੀ ਨਹੀਂ ਬਣਾਈ ਜਾਂਦੀ। ਫਿਰ ਮੂਸੇ ਦੀ ਖੁੱਡ ਵਿੱਚ ਵੜਨਾ ਪੈਂਦਾ, ਭਾਵ ਚੂਹੇ ਦੀ ਖੁੱਡ 'ਚ ਵੜਨਾ ਪੈਂਦਾ, ਉਹਦੀ ਖੁੱਡ ਭਾਲਣੀ ਪੈਂਦੀ ਹੈ। ਮਨੁੱਖ ਆਪਣੇ ਮਹੱਲ ਬਣਾਉਂਦਾ ਹੈ, ਅੰਤ ਕਾਲ ਜੋ ਲక్ష్ਮੀ ਸਿਮਰਦਾ ਹੈ ਨਾ, ਫਿਰ ਕਿ ਧਨ ਮੇਰਾ ਹੋਵੇ, ਮੇਰਾ ਧਨ ਉੱਥੇ ਹੈ, ਮੇਰਾ ਧਨ ਉੱਥੇ ਹੈ। ਅੰਤ ਦਾ ਸਮਾਂ ਆਇਆ, ਬਜ਼ੁਰਗ ਮੰਜੇ ਦੇ ਉੱਪਰ ਹੈ, ਪਰਿਵਾਰ ਕੋਲ ਬੈਠਾ ਹੈ, ਬੜਾ ਧਨ ਜੋੜਿਆ, ਧਨ ਜੋੜ ਕੇ ਕੰਧਾਂ ਦੇ ਵਿੱਚ ਉਹਨੇ ਛੁਪਾਇਆ ਹੋਇਆ ਹੈ। ਹੁਣ ਸਤ ਸੰਗੀ ਜਿਹਨਾਂ ਪਰਿਵਾਰ ਨੂੰ ਵੀ ਪਤਾ ਹੈ ਵੀ ਫਲਾ ਸਾਹਮਣੇ ਜਿਹੜੇ ਫੋਟੋ ਲੱਗੀ ਹੈ, ਜਿਹੜੀ ਕੰਧ ਹੈ, ਇਹਦੇ ਵਿੱਚ ਧਨ ਬਾਪੂ ਨੇ ਰੱਖਿਆ ਹੋਇਆ ਹੈ। ਹੁਣ ਅੰਤ ਦੇ ਸਮੇਂ ਥੋੜ੍ਹਾ ਜਿਹਾ ਗਿਆਨ ਮਨੁੱਖ ਨੂੰ ਜ਼ਰੂਰ ਹੁੰਦਾ ਹੈ, ਸਮਝ ਸੋਝੀ ਆਉਂਦੀ ਵੀ ਦਾਨ ਪੁੰਨ, ਜਪ ਤਪ ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਹੁਣ ਇਹ ਕੰਮ ਤੇ ਕੀਤੇ ਨਹੀਂ, ਜਪ ਤਪ ਨਹੀਂ ਕੀਤਾ, ਸੰਜਮ ਨਹੀਂ ਕਮਾਇਆ, ਧਰਮ ਨਹੀਂ ਕਮਾਇਆ। ਅੰਤ ਵੇਲੇ ਮਨੁੱਖ ਨੂੰ ਥੋੜ੍ਹੀ ਜਿਹੀ ਚਾਨਣ ਹੁੰਦਾ ਹੈ। ਹੁਣ ਮੂੰਹੋਂ ਬੋਲਿਆ ਨਹੀਂ ਜਾਂਦਾ, ਕਿਹਾ ਕੁਛ ਜਾਂਦਾ ਨਹੀਂ, ਇਸ਼ਾਰੇ ਕਰਦਾ ਹੈ ਕੰਧ ਵੱਲ ਨੂੰ, ਇਸ਼ਾਰੇ ਕਰਦਾ ਵੀ ਉਹ ਧਨ ਉਹਦੇ 'ਚ ਪਿਆ ਵਾ, ਧਨ ਕੱਢ ਕੇ ਗਰੀਬਾਂ 'ਚ ਵੰਡ ਦਿਓ। ਉਹਦਾ ਕਹਿਣ ਤੋਂ ਭਾਵ ਇਹ ਆ। ਪਰ ਜਿਹੜੇ ਕੋਲ ਬੈਠੇ ਨੇ ਪੁੱਤਰ ਭੈਣ ਭਾਈ, ਅਤੇ ਕੁਝ ਸਾਕ ਸੰਬੰਧੀ ਪਤਾ ਲੈਣ ਵੀ ਆਏ ਨੇ। ਮੰਨ ਲਓ ਪੁੱਤ ਕੋਲ ਬੈਠੇ ਹੋ ਅਤੇ ਚਾਚੇ ਵੀ ਆਏ ਹੋਣ ਪਤਾ ਲੈਣ ਵਾਸਤੇ, ਅਤੇ ਪੁੱਤਾਂ ਨੇ ਕਹਿਣਾ ਚਾਚੇ ਨੂੰ ਪਤਾ ਨਾ ਲੱਗੇ, ਅਤੇ ਚਾਚੇ ਨੂੰ ਪਤਾ ਨਾ ਲੱਗ ਜਾਵੇ ਕਿ ਵੀ ਇੱਥੇ ਧਨ ਹੈ ਇਹਨਾਂ ਦੇ ਕੋਲ। ਉਹ ਕਹਿਣ ਲੱਗਾ ਵੀ ਬਾਪੂ ਤਾਂ ਕਹਿੰਦਾ ਧਨ ਕੱਢ ਕੇ ਦਾਨ ਪੁੰਨ ਕਰਦੇ ਹੋ। ਪੁੱਤ ਕਹਿੰਦੇ ਬਾਪੂ ਕੋਈ ਨਹੀਂ। ਉਹ ਬਾਪੂ ਨਾਲ ਇਸ਼ਾਰਾ ਕਰਦਾ ਪਿਆ ਜੀ ਇਹ ਮਕਾਨ ਵੱਲ, ਇਹ ਮਕਾਨ ਸਾਂਭ ਕੇ ਰੱਖਿਓ, ਮੈਂ ਬੜੀ ਮਿਹਨਤ ਨਾਲ ਬਣਾਇਆ। ਹੁਣ ਕਹਿਣਾ ਕੁਝ ਉਹ ਚਾਹ ਰਿਹਾ, ਪਰ ਸੁਣਨ ਵਾਲੇ ਕੁਝ ਸੁਣ ਲੈ, ਪਰ ਬੋਲ ਕੁਝ ਸਕਦਾ ਨਹੀਂ। ਅਤੇ ਸਤ ਸੰਗੀ ਜਿਹਨੂੰ ਜਿੰਨਾ ਮਰਜ਼ੀ ਕੋਈ ਮਨ ਜੇਬਾ ਨਾ ਕੋਈ ਬੋਲ ਸਕਦਾ ਹੋਵੇ, ਮਨ ਤਾਂ ਬੋਲਦਾ ਹੀ ਹੈ ਨਾ। ਮਨ ਨਹੀਂ ਜੀ ਚੁੱਪ ਕਰਦਾ, ਮਨ ਫਿਰ ਰੋਂਦਾ ਵੀ ਹੈ। ਅੰਦਰੋਂ ਅੰਦਰੀ ਉਹ ਰੋਣ ਲੱਗਾ, ਪਛਤਾਉਣ ਲੱਗਾ ਵੀ ਜਿਨ੍ਹਾਂ ਦੀ ਖਾਤਰ ਮੈਂ ਧਨ ਇਕੱਤਰ ਕੀਤਾ, ਇੰਨਾ ਧਨ ਇਹਨਾਂ ਨੂੰ ਇਕੱਠਾ ਕਰਕੇ ਦਿੱਤਾ, ਅੱਜ ਮੇਰੇ ਕਹਿਣ ਦੇ ਉੱਪਰ ਵੀ ਇਹ ਧਨ ਗਰੀਬਾਂ ਨੂੰ ਦੇਣ ਵਾਸਤੇ ਤਿਆਰ ਨਹੀਂ ਆ। ਕਿ ਮੇਰੇ ਨਾਂ ਦਾ ਦਾਨ ਪੁੰਨ ਹੋ ਜਾਵੇ, ਥੋੜ੍ਹਾ ਬਹੁਤ ਮੇਰੀ ਜਾਨ ਸੁਖਾਲੀ ਹੋ ਜਾਵੇ, ਵੀ ਪਰਮਾਤਮਾ ਦੇ ਘਰ ਮੈਂ ਵੀ ਜਾ ਕੇ ਕਹਿ ਸਕਾਂ ਕਿ ਮੈਂ ਅੰਤ ਸਮੇਂ ਹੀ ਸਹੀ ਪਰਮਾਤਮਾ ਕੁਝ ਨਾ ਜੋ ਮੇਰੇ ਕੋਲ ਹੈਗਾ ਮੈਂ ਤਾਂ ਵੰਡ ਆਇਆ, ਸਭ ਕੁਝ ਮੈਂ ਤਾਂ ਵੰਡ ਆਇਆ। ਗੱਲ ਤਾਂ ਸਮਝਦੀ ਹੈ ਨਾ, ਜਿਨ੍ਹਾਂ ਨੂੰ ਸਮਝ ਲੱਗੀ ਉਹਨਾਂ ਨੂੰ ਸੂਈ ਫੜਾਈ ਤਾਂ ਸਮਝ ਲੱਗ ਗਈ। ਉਹਨਾਂ ਨੇ ਉਸੇ ਟਾਈਮ ਝੰਡੇ ਥੱਲੇ ਲਾਏ ਅਤੇ ਵੰਡ ਤਾਂ ਲੋੜਵੰਦਾਂ ਨੂੰ ਦੇ ਤਾ ਧਨ। ਗੱਲ ਤਾਂ ਸਮਝਦੀ ਹੈ, ਪਰ ਗੁਰੂ ਸਮਝਾਉਣਾ ਚਾਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਭਈ ਤੈਨੂੰ ਪਰਮੇਸ਼ਰ ਪਰਮਾਤਮਾ ਨੇ ਜੋ ਸੋਝੀ ਸਮਝ ਦਿੱਤੀ ਹੈ ਨਾ, ਜਮ ਕਾ ਜੇਵੜਾ ਕਦੇ ਨਾ ਕਾਟੇ, ਅੰਤੇ ਬਹੁਤ ਦੁੱਖ ਪਾਇਆ। ਜਮਾਂ ਦਾ ਜੇਵੜਾ ਕੱਟਣ ਦੇ ਅੰਤ ਨੂੰ ਦੁੱਖ ਪਾਉਣਾ ਹੈ। ਫਿਰ ਸਤਿਗੁਰੂ ਕਹਿੰਦੇ ਸ਼ਬਦ ਦੀ ਕਮਾਈ ਕਰ, ਤੇਰੇ ਇਹ ਦੁੱਖ ਵੀ ਕੱਟੇ ਜਾਣਗੇ ਅਤੇ ਤੇਰਾ ਜੀਵਨ ਵੀ ਸਫਲ ਹੋ ਜਾਵੇਗਾ।
ਆਵਣ ਜਾਣਾ ਸ਼ਬਦ ਨਿਵਾਰੇ ਸਚ ਨਾਮ ਰੱਖੈ ਔਰ ਧਾਰੇ। ਔਰ ਧਾਰੇ ਹਿਰਦੇ ਅੰਦਰ ਪਰਮੇਸ਼ਰ ਪਰਮਾਤਮਾ ਦੇ ਸੱਚੇ ਨਾਮ ਨੂੰ ਧਾਰਨ ਕਰ। ਰੱਬ ਦਾ ਨਾਮ ਹੀ ਇੱਕ ਹੈ ਜੋ ਸੱਚਾ ਹੈ। ਬਾਕੀ ਸੰਸਾਰ ਦੇ ਜਿਤਨੇ ਵੀ ਨਾਮ ਨੇ ਸਭ ਝੂਠੇ ਨੇ, ਕਿਉਂਕਿ ਨਾਮਾਂ ਦੇ ਤੇ ਲੋਕ ਉਤਰਦੇ ਹੀ ਨਹੀਂ। ਨਾਮ ਕੁਝ ਹੁੰਦਾ, ਕਰਮ ਕੁਝ ਹੁੰਦੇ ਨੇ। ਨਾਮ ਕੁਝ ਰੱਖਿਆ ਜਾਂਦਾ ਹੈ, ਕਰਮ ਕੁਝ ਹੁੰਦੇ ਨੇ। ਪਰ ਇਤਿਹਾਸ ਵਾਚ ਕੇ ਦੇਖਿਓ ਸਤ ਸੰਗੀ ਜਨੋ, ਮੇਰੇ ਸਤਿਗੁਰੂ ਜੀ ਨੇ ਜਿਨ੍ਹਾਂ ਦੇ ਨਾਮ ਕੁਝ ਹੋਰ ਸਨ ਤੇ ਕਰਮ ਕੁਝ ਹੋਰ ਸਨ, ਉਹਨਾਂ ਨੂੰ ਸਮਝਾਇਆ ਤੇ ਸਿੱਧੇ ਰਸਤੇ ਤੇ ਲਿਆਂਦਾ। ਤੇ ਜਿਨ੍ਹਾਂ ਦੇ ਨਾਮ ਸਤਿਗੁਰੂ ਜੀ ਨੇ ਆਪ ਰੱਖਣਾ ਕੀਤੇ ਸਨ, ਆਪਣੇ ਪੁੱਤਰ ਦਾ ਨਾਮ ਰੱਖਿਆ ਸੀ ਅਜੀਤ ਸਿੰਘ, ਕਿਸੇ ਕੋ ਨਾ ਜਿੱਤਿਆ ਜਾਣ ਵਾਲਾ। ਤੇ ਸਤ ਸੰਗੀ ਜਨੋ, ਚਮਕੌਰ ਦੀ ਧਰਤੀ ਅੱਜ ਵੀ ਅਗਵਾਈ ਭਰਦੀ ਹੈ। ਅੱਜ ਵੀ ਅਗਵਾਈ ਭਰਦੀ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਕਿਸੇ ਕੋ ਜਿੱਤਿਆ ਨਹੀਂ ਗਿਆ, ਕਿਸੇ ਕੋ ਜਿੱਤਿਆ ਨਹੀਂ ਗਿਆ। ਸਾਹਿਬਜ਼ਾਦੇ ਨੇ ਤਾਂ ਮੌਤ ਵੀ ਜਿੱਤ ਲਈ, ਮੈਦਾਨੇ ਜੰਗ ਦੇ ਅੰਦਰ ਜੂਝੇ। ਸਤ ਸੰਗੀ ਜਨੋ, ਸੱਚਾ ਨਾਮ ਹੈ। ਇਸ ਨਾਮ ਨੂੰ ਔਰ ਅੰਦਰ ਹਿਰਦੇ ਦੇ ਅੰਦਰ ਆਪਾਂ ਧਾਰਨ ਕਰਨਾ। ਸਤਿਗੁਰੂ ਨੇ ਸੱਚ ਨਾਮ ਰੱਖੈ ਔਰ ਧਾਰੇ। ਤੇ ਜਦੋਂ ਤੂੰ ਨਾਮ ਹਿਰਦੇ ਅੰਦਰ ਧਾਰਨ ਕਰੇਗਾ, ਗੁਰ ਕੈ ਸ਼ਬਦ ਮਰੈ ਮਨ ਮਾਰੈ। ਗੁਰੂ ਦਾ ਸ਼ਬਦ ਹੀ ਹੈ ਜਿਹੜਾ ਤੇਰੇ ਮਨ ਦੀ ਮੈਂ ਨੂੰ ਮਾਰ ਸਕਦਾ ਹੈ। ਮਨ ਦੀ ਮੈਂ ਨੂੰ, ਹਉ ਨੂੰ, ਹਉਮੈ ਨੂੰ। ਸਤ ਸੰਗੀ ਜਨੋ, ਜਿਹੜੀ ਹਉਮੈ ਆ ਨਾ, ਇਹ ਬੜਾ ਵੱਡਾ ਰੋਗ ਹੈ, ਬੜਾ ਵੱਡਾ। ਬਾਕੀ ਜਿਤਨੇ ਵੀ ਹੈਗੇ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਇਹਨਾਂ ਦੇ ਉੱਪਰ ਵਸ ਪਾ ਕੇ ਵੀ ਮਨੁੱਖ ਕਈ ਵਾਰੀ ਹਉਮੈ ਵਿੱਚ ਆ ਜਾਂਦਾ ਹੈ। ਜੇ ਕੋਈ ਕਵੇ ਵੀ ਮੈਂ ਕਾਮ ਨੂੰ ਵਸ ਵਿੱਚ ਕਰ ਲਿਆ, ਤੇ ਉਹ ਬੜਾ ਫਿਰ ਪ੍ਰਬਲ ਜਿਹਾ ਹੋ ਕੇ ਕਹੂਗਾ ਜੀ ਮੈਂ, ਦੇਖੋ ਜੀ, ਮੈਂ ਕਾਮ ਨਹੀਂ ਨੇੜੇ ਆਉਣ ਦਿੰਦਾ, ਕ੍ਰੋਧ ਨਹੀਂ ਨੇੜੇ ਆਉਣ ਦਿੰਦਾ। ਉਹ ਜਦੋਂ ਠੋਕ ਕੇ ਜੇ ਕਹਿੰਦਾ ਨਾ, ਖਿੱਚ ਕੇ ਕਹਿੰਦਾ, ਉਹ ਪਿੱਛੇ ਹਉਮੈ ਬੋਲ ਰਹੀ ਹੁੰਦੀ ਹੈ। ਉਹ ਹਉਮੈ ਨਹੀਂ ਜਾਣ ਦਿੰਦੀ। ਹੁਣ ਇਹ ਸਭ ਤੋਂ ਵੱਡੀ ਇਹ ਹਉਮੈ, ਇਹਨਾਂ ਚੌਵਾਂ ਨਾਲੋਂ ਵੱਡੀ ਹਉਮੈ ਹੈ। ਜਿੰਨੀ ਦੇਰ ਤੱਕ ਸਤ ਸੰਗੀ ਜਨੋ ਇਹ ਵਸ 'ਚ ਨਹੀਂ ਨਾ ਆਉਂਦੀ, ਓਨੀ ਦੇਰ ਤੱਕ ਜਿਹੜੇ ਚਾਰ ਵਸ 'ਚ ਕੀਤੇ ਨੇ ਨਾ, ਉਹ ਵੀ ਸਾਨੂੰ ਲਾਭ ਨਹੀਂ ਲੈਣ ਦਿੰਦੇ। ਅਸੀਂ ਮੋਹ ਨੂੰ ਵੀ ਸੰਕੋਚ ਲਿਆ, ਲੋਭ ਨੂੰ ਵੀ ਸੰਕੋਚ ਲਿਆ, ਕ੍ਰੋਧ ਨੂੰ ਵੀ ਆਪਾਂ ਨੇ ਸੰਕੋਚ ਲਿਆ, ਕੰਟਰੋਲ ਕਰ ਲਿਆ ਵੀ ਆਪਾਂ ਗੁੱਸਾ ਨਹੀਂ ਕਰਦੇ, ਕ੍ਰੋਧ ਨਹੀਂ ਕਰਦੇ, ਮੋਹ ਨਹੀਂ ਇਹੀ ਜਗਾਉਂਦੇ ਜ਼ਿਆਦਾ ਵੀ ਪਰਮਾਤਮਾ ਦੇ ਨਾਲ ਹੀ ਪਿਆਰ ਆ ਜੀ, ਪਰਮਾਤਮਾ ਤੋਂ ਬਿਨਾਂ ਤਾਂ ਕੁਝ ਹੈ ਹੀ ਨਹੀਂ। ਪਰ ਜਦੋਂ ਕਿਤੇ ਇਹ ਮਨ ਵਿੱਚ ਆ ਜਾਂਦਾ ਜੀ ਮੈਂ ਤਾਂ ਗੁਰਦੁਆਰੇ ਜਾਂਦਾ ਦੋਵੇਂ ਟਾਈਮ, ਮੈਂ ਤਾਂ ਇਹ ਕਰਦਾ, ਮੈਂ ਤਾਂ ਕ੍ਰੋਧ ਨਹੀਂ ਕਰਦਾ, ਗੁੱਸਾ ਨਹੀਂ ਕਰਦਾ, ਮੈਂ ਤਾਂ ਲੋਭ, ਕਦੇ ਲੋਭ ਕੀਤਾ ਹੀ ਨਹੀਂ ਮੈਂ ਤੇ ਜੀ। ਉਹ ਜਦੋਂ ਕਹਿੰਦੇ ਨਾ ਮੈਂ ਤੇ ਨਹੀਂ, ਉਹ ਮੈਂ ਜਿਹੜੀ ਆ ਉਹ ਕੰਮ ਖਰਾਬ ਕਰ ਦਿੰਦੀ ਸਾਰਾ। ਹੁਣ ਇਸ ਕਰਕੇ ਸਤਿਗੁਰ ਕਹਿੰਦੇ ਨੇ ਭਈ ਤੇਰੇ ਅੰਦਰ ਜਿਹੜੀ ਹਉਮੈ ਆ ਨਾ, ਜਿਹੜੀ ਮੈਂ ਆ, ਇਹਨੂੰ ਵੀ ਸ਼ਬਦ ਦੀ ਕਮਾਈ ਨੇ ਹੀ ਮਾਰਨਾ ਹੈ। ਇਹਨੂੰ ਵੀ ਸ਼ਬਦ ਦੀ ਕਮਾਈ ਨੇ ਹੀ ਮਾਰਨਾ ਹੈ। ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ ਜੁੜਨਾ ਕਰ। ਸ਼ਬਦ ਦੀ ਕਮਾਈ ਕਰੇਗਾ, ਤੇਰੇ ਅੰਦਰੋਂ ਜਿਹੜੀ ਮੈਂ ਆ ਨਾ ਉਹ ਦੂਰ ਹੋ ਜਾਵੇਗੀ, ਮੈਂ ਜਿਹੜੀ ਹੈ ਉਹ ਖਤਮ ਹੋ ਜਾਵੇਗੀ। ਪਰ ਸਤ ਸੰਗੀ ਜਿਹਨੂੰ ਗੁਰ ਕੈ ਸ਼ਬਦ ਮਰੈ ਮਨ ਮਾਰੈ, ਹਉਮੈ ਜਾਏ ਸਮਾਇਆ। ਜਦੋਂ ਹਉਮੈ ਦਾ ਨਾਸ ਹੋ ਜਾਂਦਾ ਹੈ ਨਾ, ਫਿਰ ਇਹ ਆਤਮਾ ਪਰਮਾਤਮਾ 'ਚ ਲੀਨ ਹੁੰਦੀ, ਫਿਰ ਸਮਾਉਂਦਾ ਹੈ ਮਨੁੱਖ ਪਰਮਾਤਮਾ ਦੇ ਵਿੱਚ। ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਦਾ ਹੈ, ਪਰਮਾਤਮਾ ਦੇ ਗੁਣਾਂ ਅਨੁਸਾਰ ਚੱਲਣਾ ਕਰਦਾ ਹੈ। ਪਰਮਾਤਮਾ ਦੇ ਗੁਣ, ਪਰਮਾਤਮਾ ਮਿੱਠਾ ਬੋਲਦਾ ਹੈ, ਪਰਮਾਤਮਾ ਕਿਸੇ ਦਾ ਬੁਰਾ ਨਹੀਂ ਚਿਤਵਦਾ, ਪਰਮਾਤਮਾ ਸਭਨਾਂ ਦੀ ਸਹਾਇਤਾ ਕਰਦਾ ਹੈ, ਪਰਮਾਤਮਾ ਆਪਣੇ ਕੋਲੋਂ ਕੁਝ ਹੱਥੋਂ ਦੇ ਕੇ ਦੂਸਰਿਆਂ ਦਾ ਭਲਾ ਮਨਾਉਣ ਦੀ ਜੁਗਤ ਦਿੰਦਾ ਹੈ, ਕਿਉਂਕਿ ਪਰਮਾਤਮਾ ਖੁਦ ਕਰਦਾ ਹੈ। ਕਾਇਆ ਰੂਪੀ ਸਰੀਰ ਦੇ ਅੰਦਰ ਪਰਮਾਤਮਾ ਜਦੋਂ ਵੀ ਆਇਆ ਦੂਸਰੇ ਦਾ ਭਲਾ ਹੀ ਕੀਤਾ ਹੈ, ਬੁਰਿਆਈ ਦਾ ਨਾਸ਼ ਕੀਤਾ ਪਰਮਾਤਮਾ ਨੇ।
ਮਨੁੱਖ ਨੇ ਆਪਣੇ ਪਹਿਲਾਂ ਤਾਂ ਅੰਦਰ ਦੀ ਬੁਰਾਈ ਨੂੰ ਮਾਰਨਾ ਹੈ, ਫਿਰ ਸਮਾਜ ਦੀ ਬੁਰਾਈ ਨੂੰ, ਕਿਉਂਕਿ ਸਮਾਜ ਦੇ ਵਿੱਚ ਵੀ ਬੜੀਆਂ ਬੁਰਾਈਆਂ ਨੇ। ਸਮਾਜ ਵਿੱਚ ਵਿਚਰਦੇ ਹਾਂ ਸਤ ਸੰਗੀ ਜਨੋ, ਬਹੁਤ ਬੁਰਾਈਆਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਪਰ ਅਸੀਂ ਅੱਜ ਦੇਖਦੇ ਪਏ ਹਾਂ ਸਤ ਸੰਗੀ ਜਨੋ, ਸਮਾਜ ਸਾਡਾ ਜਿਹੜਾ ਹੈ ਨਾ ਆਪੋ ਧਾਪੀ ਹੋਇਆ ਪਿਆ ਹੈ, ਆਪਣੇ ਆਪ ਤੱਕ ਸੀਮਤ ਹੈ, ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਤੇ ਲੱਗੇ ਹੋਏ ਆ, ਨੀਵਾਂ ਦਿਖਾਉਣ ਤੇ। ਬੜਾ ਵਧੀਆ ਜ਼ਰੀਆ ਸੀ ਇਹ ਸੋਸ਼ਲ ਮੀਡੀਆ, ਕਿ ਜਿਹਦੇ ਰਾਹੀਂ ਬੜੀ ਦੂਰ ਤੱਕ ਗੱਲ ਜਾਂਦੀ ਸੀ। ਗੱਲ ਅਸੀਂ ਇੱਥੇ ਗੁਰੂ ਘਰ ਮਾਡਲ ਟਾਊਨ ਐਕਸਟੈਂਸ਼ਨ 'ਚ ਕਰ ਰਹੇ ਹਾਂ, ਪਰ ਪੂਰੇ ਪੰਜਾਬ ਦੇ ਵਿੱਚ ਇਹ ਮੀਡੀਆ ਗੱਲ ਲੈ ਕੇ ਜਾ ਰਿਹਾ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਲੈ ਕੇ ਜਾ ਰਿਹਾ ਹੈ। ਘਰਾਂ 'ਚ ਬੈਠੇ ਵੀ ਸੁਣ ਰਹੇ ਨੇ। ਪਰ ਸਤ ਸੰਗੀ ਜਨੋ, ਇਸ ਮੀਡੀਏ ਨੂੰ ਦੀ ਦੁਰਵਰਤੋਂ ਵੀ ਬਹੁਤ ਜ਼ਿਆਦਾ ਸਾਡੇ ਲੋਕਾਂ ਨੇ ਕੀਤੀ ਹੈ। ਧਰਮ ਦੇ ਨੂੰ ਦੀ ਆੜ ਲੈ ਕਰਕੇ ਬੋਲ ਕਬੋਲ ਇੱਕ ਦੂਸਰੇ ਨੂੰ ਬੋਲੇ ਜਾ ਰਹੇ ਨੇ। ਸ਼ਬਦ ਦੀ ਕਮਾਈ ਆਪਾਂ ਭੁੱਲ ਹੀ ਗਏ। ਪਰਮਾਤਮਾ ਦੇ ਸੱਚੇ ਨਾਮ ਨੂੰ ਉਰ ਦੇ ਵਿੱਚ ਧਾਰਨਾ, ਹਿਰਦੇ ਵਿੱਚ ਵਸਾਉਣਾ ਭੁੱਲ ਹੀ ਗਏ। ਜਪਣ ਵਾਲੇ, ਆਪਣੇ ਆਪ ਅੰਦਰ ਇੱਕ ਨਾਮ ਨਾ ਖੱਟਣ ਵਾਲੇ ਲੋਕ ਵੀ ਅੱਜ ਰੱਬ ਨੂੰ ਭੁੱਲੀ ਬੈਠੇ ਨੇ। ਉਹ ਭਲਿਓ ਕੁਝ ਦੇਣਾ ਦੁਨੀਆ ਨੂੰ, ਤੇ ਰੱਬ ਦਾ ਨਾਮ ਦਿਓ, ਜਪੋ, ਸਿਮਰੋ, ਪਰਮਾਤਮਾ ਦੀ ਅਰਾਧਨਾ ਲੋਕਾਂ ਨੂੰ ਦੇਵੋ, ਆਪ ਜਪੋ ਤੇ ਹੋਰਨਾਂ ਨੂੰ ਜਪਾਵੋ। ਕਿਉਂਕਿ ਸਤਿਗੁਰ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਹੁਣ ਤੁਸੀਂ ਆਪਾਂ ਗੁਰਸਿੱਖ ਬਣੇ ਹੋ, ਤੇ ਤੁਸੀਂ ਗੁਰਸਿੱਖ ਬਣੇ, ਇੱਕ ਉੱਧਰੋਂ ਜਵਾਬ ਦੇਈ ਜਾਂਦਾ, ਇੱਕ ਉੱਧਰੋਂ ਦੇਈ ਜਾਂਦਾ। ਆ ਸਾਡੇ ਸੋਸ਼ਲ ਮੀਡੀਆ ਦੇ ਹਾਲ ਬਣੇ ਪਏ ਨੇ। ਦੁਨੀਆ ਸੰਸਾਰ ਵੀ, ਅਸੀਂ ਵੀ ਦੇਖ ਦੇਖ ਕੇ ਇਸ ਨੂੰ ਚਾਵਾਂ ਦੇ ਵਿੱਚ, ਖੁਸ਼ੀਆਂ ਦੇ ਵਿੱਚ ਆਪਣਾ ਟਾਈਮ ਬਤੀਤ ਕਰ ਰਹੇ ਹਾਂ। ਸਤ ਸੰਗੀ ਜੀ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਾਂ, ਜਦੋਂ ਵੀ ਕਿਤੇ ਇਹੋ ਜਿਹੀ ਕੋਈ ਤੁਹਾਨੂੰ ਖਬਰ ਮਿਲੇ ਜਾਂ ਸੁਣਨ ਨੂੰ ਕੁਝ ਮਿਲੇ ਨਾ, ਮੈਂ ਕਹਿੰਦਾ ਨਾ ਸੁਣਿਆ ਕਰੋ। ਕੀ ਕਰਾਂਗੇ ਆਪਾਂ ਸੁਣ ਕੇ? ਆਪਣਾ ਮਨ ਦੁਖੀ ਕਰਾਂਗੇ। ਉੱਥੇ ਬੈਠੇ ਹੋਏ ਆਪਾਂ ਕਹਾਂਗੇ ਉਹ ਚੰਗਾ ਜੀ, ਉਹ ਮਾੜਾ ਜੀ, ਉਹ ਚੰਗਾ ਜੀ, ਉਹ ਮਾੜਾ। ਉਹ ਚੰਗਾ ਮਾੜਾ ਉੱਥੇ ਰਹਿਣਾ, ਅਸੀਂ ਇੱਥੇ ਕਲਪਦੇ ਰਹਿ ਜਾਣਾ। ਉਹ ਤਾਂ ਉੱਥੇ ਮਾੜਾ ਹੈ ਹੀ ਹੈ, ਜਾਂ ਉਹ ਇੱਕ ਚੰਗਾ ਹੈ ਹੀ ਹੈ। ਅਸੀਂ ਕਿੱਧਰ ਆ ਗਏ? ਅਸੀਂ ਐਨਰਜੀ ਵੇਸਟ ਕਰ ਦਿੱਤੀ। ਸਾਨੂੰ ਤਾਂ ਚਾਹੀਦਾ ਸੀਗਾ ਕਿ ਅਸੀਂ ਰੱਬ ਰੱਬ ਕਰਦੇ, ਪਰਮਾਤਮਾ ਦਾ ਨਾਮ ਜਪਦੇ, ਪਰਮਾਤਮਾ ਨੂੰ ਯਾਦ ਕਰਕੇ ਵੀ ਰੱਬਾ ਤੂੰ ਸਾਨੂੰ ਚੰਗਾ ਰੱਖੀ, ਸਾਡੇ ਕਰਮ ਚੰਗੇ ਕਰੀ, ਸਾਡੇ ਅੰਦਰ ਆਪਣੇ ਨਾਮ ਦੀ ਦਾਤ ਦਵੀਂ, ਕਿ ਅਸੀਂ ਤੇਰੇ ਨਾਮ ਨੂੰ ਜਪ ਸਕੀਏ, ਤੇਰੇ ਨਾਮ ਨੂੰ ਧਿਆ ਸਕੀਏ। ਸਤ ਸੰਗੀ ਜਿਹਨੂੰ ਗੁਰ ਕੈ ਸ਼ਬਦ ਮਰੈ ਮਨ, ਮਾਰੇ ਹਉਮੈ ਜਾਏ ਸਮਾਇਆ। ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਕੋਈ ਵੱਡੀ ਵਿਚਾਰ ਨਹੀਂ। ਗੁਰੂ ਦਾ ਸ਼ਬਦ ਹੀ ਹੈ ਜਿਹੜਾ ਮਨੁੱਖ ਦੇ ਅੰਦਰੋਂ ਹਉਮੈ ਦਾ ਨਾਸ਼ ਕਰ ਦਿੰਦਾ ਹੈ। ਸ਼ਬਦ ਵਿੱਚ ਬੜੀ ਤਾਕਤ ਹੈ। ਸਤਿਗੁਰ ਅੱਗੇ ਕੀ ਕਹਿੰਦੇ ਨੇ? ਸਾਹਿਬ ਮੇਰੇ ਕਹਿਣ ਲੱਗੇ, ਆਵਣ ਜਾਣੈ ਪਰਜ ਵਿਗੋਈ, ਬਿਨ ਸਤਿਗੁਰ ਥਿਰ ਕੋਇ ਨਾ ਹੋਈ। ਸਤਿਗੁਰੂ ਤੋਂ ਬਿਨਾ, ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾ, ਗੁਰੂ ਦੀ ਕਿਰਪਾ ਤੋਂ ਬਿਨਾ ਕੋਈ ਥਿਰ ਨਹੀਂ ਹੋ ਸਕਦਾ, ਟਿਕ ਨਹੀਂ ਸਕਦਾ। ਸਥਿਰ ਹੋਣਾ ਜੇ ਟਿਕਣਾ ਹੈ ਨਾ, ਫਿਰ ਗੁਰੂ ਦੀ ਕਿਰਪਾ ਪ੍ਰਾਪਤ ਕਰ। ਗੁਰੂ ਦੀ ਕਿਰਪਾ, ਤੇ ਗੁਰੂ ਦੀ ਕਿਰਪਾ ਜਦੋਂ ਤੈਨੂੰ ਪ੍ਰਾਪਤ ਹੋਵੇਗੀ, ਫਿਰ ਆਵਣ ਜਾਣਾ ਪਰਜ ਵਿਗੋਈ। ਤੇਰਾ ਆਉਣਾ ਜਾਣਾ ਜਿਹੜਾ ਹੈ ਨਾ, ਜਿਹੜੀ ਸ੍ਰਿਸ਼ਟੀ ਦੇ ਅੰਦਰ ਇਹ ਵਿਚਰ ਰਿਹਾ ਹੈ, ਸ੍ਰਿਸ਼ਟੀ ਅੰਦਰ ਚੱਲ ਰਿਹਾ ਹੈ, ਉਪਜੈ ਨਿਪਜੈ ਨਿਪਜ ਸਮਾਈ, ਨੈਣੋ ਦੇਖਤ ਇਹ ਜਗ ਜਾਈ। ਅੱਖਾਂ ਨਾਲ ਵੇਖਦੇ ਹੈ ਨਾ, ਕੋਈ ਜੰਮ ਰਿਹਾ ਹੈ, ਕੋਈ ਮਰ ਰਿਹਾ ਹੈ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ। ਇਹ ਆਉਣ ਜਾਣ ਦਾ ਗੇਰ ਬਣਿਆ ਹੋਇਆ ਹੈ, ਇਹ ਬਣਿਆ ਰਹਿਣਾ ਹੈ। ਤੇ ਸਤ ਸੰਗੀ ਜਿਹਨੂੰ ਸਤਿਗੁਰ ਕਹਿੰਦੇ ਨੇ, ਇਹ ਜਿਹੜੀ ਸ੍ਰਿਸ਼ਟੀ ਜਿਹੜੀ ਹੈ ਨਾ, ਇਹਦੇ ਵਿੱਚ ਹੀ ਪਰਜੀ ਹੋਈ ਹੈ, ਵਿਗੋਈ ਹੋਈ ਹੈ। ਤੇ ਤੂੰ ਧਿਆਨ ਦੇਣਾ ਕਰ, ਬਿਨ ਸਤਿਗੁਰ ਥਿਰ ਕੋਇ ਨਾ ਹੋਏ। ਬਿਨਾ ਸਤਿਗੁਰ ਤੋਂ, ਬਿਨ ਸਤਿਗੁਰ ਥਿਰ ਕੋਇ ਨਾ ਹੋਈ। ਬਿਨਾ ਗੁਰੂ ਤੋਂ ਸਥਿਰਤਾ ਨਹੀਂ ਪ੍ਰਾਪਤ ਹੋਣੀ, ਨਹੀਂ ਪ੍ਰਾਪਤ ਹੋਣੀ। ਹੁਣ ਸਤ ਸੰਗੀ ਜਣੋ, ਗੁਰ ਕੈ ਸ਼ਬਦ ਪਛਾਣੀਏ, ਦੁਖ ਹਉਮੈ ਵਿੱਚੋਂ ਜਾਏ।
गुरु के शब्द की पहचान करिए, गुरु के शब्द नाल जुड़ना करिए कि साडे अंदरों हौमे का नाश हो सके। नाश गुरु के शब्द की कमाई, गुर का शब्द को विरला बुझे। गुरु का शब्द जिहड़ा है ना वो विरलियां की समझ च आउंदा है। जग में उत्तम काढ़िए विरले कई के। जो दिन गुरु के शब्द की सानू समझ आ गई सतसंगी जन उदन ही साडा जीवन कुछ होर होवेगा। उदन जीवन साडा कुछ होर होवेगा। हजे असीं समझण दा यतन कर रहे हैं। ਜਿਹੜੇ ਯਤਨ ਕਰ ਰਹੇ मैं कहना वही भागां वाले हैं कि गुरु की गोद में बह के शब्द की विचार करते हैं, सरवण करते हैं, समझने का यतन तो कर रहे हैं। आ देखो संसार, संसार इन्ना कत नहीं है जिन्ने क असीं बैठे हैं। संसार बड़ा वड्डा है। मॉडल टाउन एक्सटेंशन छोटा नहीं, बहुत वड्डा है। पर सारा तो नहीं आके कहना भी मैं शब्द विचार सुना। भागां वाले ने ਜਿਹੜੇ टीवी चैनल के सामने बैठे ने इस टाइम वो भी यतन कर रहे हैं भी जे असीं गुरुद्वारे नहीं पहुँच सके, असीं इत्थे घर बैठे आ गुरु की शब्द की विचार, शब्द की कमाई नहीं समझ सकीए। पर सतसंगी जनों ये विरलियां की समझ विच आउंदी है गल। विरलियां नूं समझ पैंदी है कि परमेश्वर परमात्मा का नाम ही है जिहड़ा सानूं स्थिर कर सकदा, साडे मन नूं टिका सकदा है, मन नूं टिका सकदा है। ते सतसंगी जनों जदों मन टिकेगा ना, अंतर जोत शब्द सुख वसिया। अंतर जोत, हिरदे दे अंदर जोत है। शब्द की जोत परमेश्वर परमात्मा दे नाम की जोत इस हिरदे दे अंदर है। जानते हैं ना आप, सब में जोत जोत है, सोए तिस दे चानन सब में चानन होए, गुर साखी जोत प्रगट होए। हुण ये तो स्पष्ट है जोत हर घट दे विच आ, पर गुरु की सिक्ख्या द्वारा प्रगट होनी है। ये भी पक्का है, ये भी पक्का है। जिन्ना पक्का ये गल पक्की ये गल है ना कि जोत हिरदे अंदर टिकी हुई है, हर घट दे विच हैगी है, उन्नी ही पक्की गल ये है कि गुरु की सिक्ख्या तो बिना प्रगट नहीं होनी। जोत तो सब दे विच है। चोर दे अंदर भी तो जोत ही है, कातल दे अंदर भी तो जोत बैठी ही है, पर प्रगट नहीं हुई, प्रकाश नहीं होया, ज्ञान नहीं मिलिया, चानन नहीं मिलिया। इस करके वो अज्ञानता के हनेरे विच तुरिया फिरदा है, पाप कमाई जाता है, बेकार भोगी जाता है, ठगियां मारी जाता है। जिस दिन अंदरों जोत प्रगट होनी है, गुरु की सिक्ख्या नाल प्रगट होनी है, गुरु की मत नाल प्रगट होनी है। पर सतसंगी जनों गुरु गुर की मत तू लेह याने, भगत बिना डूबे बहुत सियाने। बड़े बड़े सियाने भगती तो बिना, परमेश्वर परमात्मा के नाम की कमाई तो बिना डुबे ने, डुबे ने। जिन्हों को कमाई नहीं ना, जिन्हों को भगती ने, भावें वो तख्तां के मालक बने, राज भोगे उन्होंने, पर आखिरकार वो डुबे ने, सफल नहीं होए। झुग्गियां च रहन वाले सफल हो गए, तख्तां के मालक नहीं सी वो, पर शब्द की कमाई सी, वो सफल हो गए। उन्हों का नाम सफल हो गया, उन्हों का नाम जपिया जाता है। भगत कबीर जी किहड़ा तख्त ते बैठे सन, भगत रविदास जी किहड़े तख्त ते बैठे सन। झुग्गियां झोंपड़ियां दे विच रहन वाले, हत्थी किरत करन वाले, इन्हां दे नाम संसार दे अंदर अज सत्कारे जा रहे हैं। तो गुरु अर्जन देव जी महाराज जी ने साहिब श्री गुरु ग्रंथ साहिब जी विच भगतां दी बाणी नूं रख करके, लिया करके ते भगतां नूं जिहड़ा सत्कार दिता, सतसंगी जिन्हों आपां सारे जानते हैं। आसा महला तीजा, आसा महला पहला, आसा महला चौथा, अपने नामां दी गल इंज कीती रागां दे नाल, पर जो गल आई भगतां दी, आसा भगत कबीर जियो की, आसा राग का जिक्र करके भगत कबीर जियो की नाल जियो लाउणा कीता है। गल तो जिन्हां ने कमाई की, जिन्हां ने शब्द नूं पछाणिया, आप छोड़ जीवत मरै गुर कै शब्द विचार,
ਆਪੇ ਨੂੰ ਛੱਡ ਕੇ ਜੀਵਤ ਮਰੈ, ਜਿਉਂਦਿਆਂ ਮਰ ਗਏ। ਜਿਉਂਦਿਆਂ ਮਰ ਤੋਂ ਭਾਵ ਹਉਮੈ ਨੂੰ ਮਾਰ ਦਿੱਤਾ, ਮੈਂ ਨੂੰ ਮਾਰ ਦਿੱਤਾ। ਜੀਵਤ ਜੀਵਨ ਚੱਲ ਰਿਹਾ ਹੈ, ਪਰ ਅੰਦਰ ਹਉਮੈ ਵਾਲਾ ਜੀਵਨ ਨਹੀਂ ਹੈ। ਹਉਮੈ ਵਾਲਾ ਜੀਵਨ ਨਹੀਂ, ਅਹੰਕਾਰ ਵਾਲਾ ਜੀਵਨ ਨਹੀਂ ਹੈ, ਲੋਭ वाला जीवन नहीं है। जीवन की ये मेरा मुझ में किछ नहीं, जो किछ है सो तेरा। जीवन आ कि मैं तान दीवान तू है मेरे स्वामी, मैं तुद आगे अरदास, मैं होर थाओ नाही जिस पे करो बेनंती। मैं होर थाओ नाही जिस पे करो बेनंती, मेरा दुख सुख तुझे पास। मेरा दुख मेरा सुख परमात्मा तेरे कोल ही है। मैं नाही कश हों नाही, कश आहे ना मोरा, अवसर लज्जा राख ले हो सदना जन तोरा। मैं तो तेरा हाँ। हुण सत संगी जिनो जिदन ये अवस्था बनी ना, ये बननी शब्द की कमाई दे नाल, शब्द की कमाई दे नाल। जिन्नी शब्द की कमाई करी जावांगे ना, जिन्नी शब्द की कमाई करी जावांगे, जिन्नी गुरु घर की सेवा, जोड़ियां की सेवा, बर्तनां की सेवा, लंगरां की सेवा, उन्नी निमरता आई जाएगी, उन्नी निमरता आई जाएगी, उन्ना प्यार बनी जाएगा। तो जिदन प्यार बन गया, जिदन नेह पै गया, जिदन मन नूं लग्या कि जिदन ये गल कह दी, फरीदा गलीए चिक्कड़ दूर घर नाल प्यारै नेहो। चल्लां तां भिजे कंबली, राहां तां टुटै नेहो। भिजो सिजो कंबली अल्लै वरसै मेहो। कहंदे भिजदी है ते भिज जावे, भिजदी ते भिज जावे। अल्लाह परमेश्वर परमात्मा दे नाम दा मींह पै रहा है, मैं तो एक कंबली भेनी है। हुण ये कंबली सत संगी जी बाहरले मींह की गल नहीं हो रही, ये अंदरली कंबली की गल हो रही है। भी इन्ना तेरा प्यार बन जाए, भी तेरा अंदर व्याकुल हो जाए। जे किते तू नितनेम नाम ना करे ना, तो तेरा मन रो पवे, विराग च आ जाए। इन्ना प्यार भी जे तू गुरु के दर्शन करवा ते ना जा सके, तो तेनू भोजन खाना भुल जाए। भोजन वाल वेखना तेरा मन ना करे कि परमात्मा किवें मैं गराई ये मुख दे विच पावां, किवें पावां ये गराई जी मैं मुख विच पाउणा, मैं तो तेरे दर्शन तक नहीं किए। सत संगी जिनो कलगीधर पिता साहब श्री गुरु गोबिंद सिंह जी महाराज मैदाने जंग दे विच जदों पहाड़ीए चढ़ के आउंदे ना, इकट्ठे हो के दास गुरुद्वारा चमकौर साहब विखे बतौर ग्रंथी की सेवा निभा रहा है। उत्थे इतिहास की कथा चल रही, मैं कथा विचों तुहाडे नाल जिक्र साझा कर लगा कि कलगीधर पिता जी के सूरमे भाई मान सिंह, भाई धर्म सिंह, भाई दया सिंह, साहिबजादा अजीत सिंह मैदाने जंग से जूझते पे ने, जूझ के फटड़ होए ने, थके पे ने, शरीर के उपर जख्म ने। शाम होंदी है तो वापस आते हैं गुरु कलगीधर पिता जी के कोल, जिथे गुरु कलगीधर पिता जी ने अपना खेमा ताणिया होया है। सत संगी जनो थके टुटे ये नहीं कहते भी चलो आराम कर लिए, सवेरे फिर लड़न जाना। आ करके गुरु साहब जी अपने खेमे अंदर ने, भाव तंबू अंदर ने, ते बाहर सारे सिंह खड़े ने, ते अर्जा कर रहे, अर्जोइयां कर रहे ने। ये कहते ने मेरा मन लोचै गुर दर्शन ताई, बिलप करे चातरक की न्याई। भाई मान सिंह जी कहते ने कलगीधर पिता जी महाराज दर्शन दीदार दे हो। सतगुरु कहते भी सौ जाओ, जाके आराम कर लो, भोजन छक लो, लंगर छक लो। लड़ के आए हो मैदाने जंग दे विचों, तुहाडे जख्म होए ने, जख्म साफ कर लो, फट वजे ने, घायल होए हो तुसी। पर सिंह की कहते हैं, भाई बचित्र सिंह होनी कहते कलगीधर पिता नहीं, जिन्नी देर तक तुहाडे दर्शन नहीं ना करते, उन्नी देर तक इस गले दे विचों नवाला नहीं जित ले जाना, उन्नी देर तक शरीर नूं आराम आउणा ही नहीं।
ਤੁਹਾਡੀ ਦ੍ਰਿਸ਼ਟੀ ਪੈ ਗਈ ਨਾ ਇਸ ਚੰਮ ਦੇ ਉੱਪਰ, ਇਸ ਸਰੀਰ ਦੇ ਉੱਪਰ, ਤੇ ਅਸੀਂ ਨਿਹਾਲੋ ਨਿਹਾਲ ਹੋ ਜਾਵਾਂਗੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਸਤਿਗੁਰੂ ਜੀ ਮੁਸਕਰਾ ਰਹੇ ਨੇ, ਖੁਸ਼ ਹੋ ਰਹੇ ਨੇ, ਅੰਦਰ ਖੁਸ਼। ਕਵੀ ਜੀ ਨੇ ਬੜਾ ਵਧੀਆ ਬਿਆਨ ਕੀਤਾ। ਕਵੀ ਜੀ ਕਹਿੰਦੇ ਸਤਿਗੁਰੂ ਜੀ ਇੰਨੇ ਪ੍ਰਸੰਨ ਹੋ ਰਹੇ ਨੇ ਵੀ ਕਿਆ ਸਿੱਖੀ ਹੈ, ਵੀ ਧੰਨ ਹੈ ਸਿੱਖੀ, ਧੰਨ ਨੇ ਸਿੱਖ, ਧੰਨ ਹੈ ਸਿੱਖੀ ਇਹਨਾਂ ਦੀ। ਇੰਨਾ ਗੁਰੂ ਪ੍ਰਤੀ ਪਿਆਰ ਇਹਨਾਂ ਦਾ, ਇੰਨੀ ਪ੍ਰੀਤ ਇਹਨਾਂ ਦੀ ਵੀ ਬੰਦਾ ਥੱਕਿਆ ਟੁੱਟਿਆ ਆਵੇ ਤਾਂ ਕਹਿੰਦਾ ਚਲੋ ਛੱਡੋ ਖੜਾ ਜੀ, ਆਰਾਮ ਕਰ ਲਓ, ਗੁਰਦੁਆਰੇ ਕੀ ਜਾਣਾ। ਰਾਤੀ ਲੇਟ ਸੁੱਟਿਆ ਜੀ, ਸਵੇਰੇ ਉੱਠਿਆ ਨਹੀਂ ਗਿਆ, ਚਲੋ ਛੱਡੋ ਖੜਾ, ਨਿਤਨੇਮ ਕੀ ਕਰਨਾ। ਇਹੀ ਹੁੰਦਾ ਨਾ ਸਾਡੇ ਨਾਲ, ਕਿਉਂਕਿ ਪ੍ਰੀਤ ਨਹੀਂ ਹੈ, ਪਿਆਰ ਨਹੀਂ ਹੈ, ਜ਼ਰੂਰੀ ਨਹੀਂ ਸਮਝਦੇ ਆਪਾਂ ਕਿ ਫਿਰ ਕੀ ਹੈ, ਜੇ ਨਹੀਂ ਨਿਤਨੇਮ ਕੀਤਾ ਤਾਂ ਗੁਰੂ ਨੇ ਕਿਹੜਾ ਡਾਂਗ ਮਾਰ ਦੇਣੀ ਹੈ। ਵਾਕਿਆ ਉਹਨੇ ਨਹੀਂ ਡਾਂਗ ਮਾਰਨੀ, ਕਿਉਂਕਿ ਉਹਦਾ ਡਾਂਗ ਮਾਰਨ ਦਾ ਸੁਭਾਅ ਹੀ ਨਹੀਂ, ਉਹਦਾ ਤੇ ਡਾਂਗ ਮਾਰਨ ਦਾ ਸੁਭਾਅ ਹੀ ਨਹੀਂ। ਉਹਦਾ ਤਾਂ ਬਿਰਧ ਪਿਆਰ ਵਾਲਾ ਹੈ, ਆਪਣੇ ਬਿਰਧ ਦੀ ਸੰਭਾਲ ਕਰਦਾ ਹੈ, ਪਿਆਰ ਵਾਲਾ ਸੁਭਾਅ ਹੈ ਉਹਦਾ। ਤੇ ਜਿਹਦਾ ਪਿਆਰ ਵਾਲਾ ਸੁਭਾਅ ਹੋਵੇ ਤਾਂ ਉਹ ਕੋ ਡਾਂਗ ਮਾਰੂਗਾ ਜੀ। ਜੇ ਆ ਗਿਆ ਵਾਹ ਭਲਾ, ਨਾ ਆ ਗਿਆ ਤਾਂ ਵੀ ਵਾਹ ਭਲਾ। ਜੋ ਅੱਜ ਦੇ ਹਾਲਾਤਾਂ ਦੇ ਵਿੱਚ ਉਹਨਾਂ ਮਾਤਾ ਪਿਤਾ ਦੇ ਹਾਲਾਤ ਬਣੇ ਨੇ, ਦਾਦੀਆਂ ਦਾਦਿਆਂ ਦੇ ਹਾਲਾਤ ਬਣੇ ਨੇ, ਪੋਤਾ ਆ ਕੇ ਮਿਲ ਗਿਆ ਖੁਸ਼ ਹੋ ਜਾਂਦੇ, ਨਾ ਵੀ ਤੇ ਉੱਥੇ ਵਿਚਾਰੇ ਬੈਠੇ ਰਹਿੰਦੇ ਨੇ, ਕਹਿੰਦੇ ਵੀ ਠੀਕ ਹੈ ਮਿਲ ਗਿਆ ਤੇ ਆ ਗਿਆ, ਨਹੀਂ ਤੇ ਨਾ ਸਹੀ। ਹੁਣ ਕੀ ਕਰਨ, ਕਿਉਂਕਿ ਵਸ ਨਹੀਂ ਚੱਲਦਾ। ਹੁਣ ਸਤ ਸੰਗੀ ਜੀ ਨੂੰ ਇੱਧਰ ਪ੍ਰੀਤ ਇੰਨੀ ਹੈ, ਪਿਆਰ ਇੰਨਾ ਹੈ ਕਿ ਗੁਰੂ ਦੇ ਦਰਸ਼ਨ ਦੀਦਾਰ ਕਰਨੇ ਨੇ। ਤੇ ਸਤ ਸੰਗੀ ਜਿਹੜਾ ਅੱਜ ਅਸੀਂ ਸੁੱਖ ਭੋਗਦੇ ਹੋਏ ਵੀ, ਆਨੰਦ ਮਾਣਦੇ ਹੋਏ ਵੀ, ਆਪ ਸਾਰੀ ਸਾਰੀ ਰਾਤ ਆਪਾਂ ਆਪਣੇ ਪਰਿਵਾਰਕ ਸੁੱਖਾਂ ਦੇ ਵਿੱਚ ਗਲਤਾਨ ਹੋ ਕੇ ਜਾਗੇ, ਪਾਰਟੀਆਂ ਤੇ ਗਏ, ਸੁੱਖ ਹੀ ਭੋਗਦੇ ਪਏ ਸੀ ਨਾ, ਆਪਣੇ ਮਨ ਨੂੰ ਸੁਖੀ ਕਰ ਰਹੇ ਸੀ, ਖੁਸ਼ੀ ਦੇ ਰਹੇ ਸੀਗੇ, ਕਿਸੇ ਨੂੰ ਖੁਸ਼ ਕਰ ਰਹੇ ਸੀ। ਪਰ ਥੱਕ ਗਿਆ ਸਰੀਰ, ਹੁਣ ਕਿਹਾ ਵੀ ਚਲੋ ਗੁਰਦੁਆਰੇ ਸਵੇਰੇ ਜਾਣ ਦੀ ਕੀ ਲੋੜ ਹੈ, ਆਪਾਂ ਹਉ ਟਾਲਾ ਕਰਤਾ। ਧੰਨ ਭਾਗ ਨੇ, ਵੱਡੇ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੇ ਨੇਮ ਬਣਾਇਆ ਹੈ। ਨੇਮ 'ਚ ਬੜੀ ਤਾਕਤ ਹੈ, ਨੇਮ ਵਿੱਚ ਵੀ ਬੜੀ ਤਾਕਤ ਹੈ। ਸਤ ਸੰਗੀ ਜੀ ਨੂੰ ਨੇਮ ਕਰਦਾ ਸੀ, ਅੰਮ੍ਰਿਤ ਵੇਲੇ ਉੱਠ ਕੇ ਜਾ ਕਰਕੇ ਜਾਪ ਕਰਦਾ, ਸਿਮਰਨ ਕਰਦਾ ਸੀ। ਦੂਸਰਾ ਵੀ ਉੱਠ ਕੇ ਨੇਮ ਕਰਦਾ ਸੀ, ਉਹ ਜਾਂਦਾ ਸੀਗਾ ਜਾ ਕਰਕੇ ਉਹਨੂੰ ਤੰਗ ਕਰਦਾ ਸੀ, ਪਰੇਸ਼ਾਨ ਕਰਦਾ ਸੀ, ਨੇਮ ਨਹੀਂ ਨਿਭਾਉਣ ਦਿੰਦਾ ਸੀ। ਹੁਣ ਇਹ ਨੇਮ ਚੱਲਦਾ ਰਿਹਾ, ਜਿਹੜਾ ਨੇਮ ਕਰਦਾ ਸੀ ਪ੍ਰਮਾਤਮਾ ਦਾ ਨਾਮ ਜਪਦਾ ਸੀ, ਉਹ ਨਾਮ ਜਪਦਾ ਰਿਹਾ। ਜਿਹਦਾ ਨੇਮ ਸੀ ਵੀ ਤੰਗ ਕਰਨਾ, ਪਰੇਸ਼ਾਨ ਕਰਨਾ, ਉਹ ਪਰੇਸ਼ਾਨ ਕਰਦਾ ਰਿਹਾ। ਦੋਵਾਂ ਦਾ ਨੇਮ ਚੱਲਦਾ ਰਿਹਾ। ਇੱਕ ਦਿਨ ਆ ਗਿਆ ਝੱਖੜ, ਜਿੱਦਣ ਪੈ ਗਿਆ ਪਰਚਾ, ਝੱਖੜ ਆ ਗਿਆ ਤੇ ਜਿਹੜਾ ਨੇਮ ਪ੍ਰਮਾਤਮਾ ਦਾ ਨਾਮ ਜਪਦਾ ਸੀ ਨਾ, ਉਹਦਾ ਮਨ ਡੋਲ ਗਿਆ। ਕਹਿੰਦਾ ਵੀ ਉਹਨੇ ਫਿਰ ਉੱਥੇ ਆ ਜਾਣਾ, ਬਹਿਣ ਤੇ ਦੇਣਾ ਨਹੀਂ, ਉਹਨੇ ਉੱਤੋਂ ਝੱਖੜਿਆ, ਚਲੋ ਘਰੇ ਹੀ ਜਪ ਲੈਂਦੇ ਹਾਂ, ਘਰੇ ਹੀ ਜਪ ਲੈਂਦੇ ਹਾਂ। ਹੁਣ ਘਰੇ ਤਾਂ ਬਹਿ ਗਿਆ, ਪਰ ਘਰੇ ਮਨ ਕਿੱਥੇ ਲੱਗੇ, ਕਿਉਂਕਿ ਇੱਕ ਜਗ੍ਹਾ ਦਾ ਸਾਨੂੰ ਅਨੁਕੂਲ ਵਾਤਾਵਰਨ ਜਿਹੜਾ ਹੁੰਦਾ ਹੈ ਨਾ, ਉਹ ਮਨ ਨੂੰ ਭਾ ਜਾਂਦਾ ਹੈ। ਤੁਸੀਂ ਦੇਖੋ ਕਿ ਇੱਥੇ ਸਮਰਾਲਾ ਚੌਂਕ ਤੋਂ ਚੱਲ ਕੇ ਆਉਣ ਵਾਲੀ ਵੀ ਸੰਗਤ ਹੈਗੀ ਹੈ, ਜਿਨ੍ਹਾਂ ਨੇ ਵੀਰਵਾਰ ਦੇ ਸਮਾਗਮ ਵਿੱਚ ਨੇਮ ਬਣਾਇਆ ਵੀ ਜਾਣਾ ਹੀ ਜਾਣਾ। ਕਿੱਥੇ ਮਾਲਟਨ ਐਕਸਟੈਂਸ਼ਨ, ਕਿਉਂਕਿ ਮਨ ਨੂੰ ਚੰਗਾ ਲੱਗਦਾ ਹੈ। ਹੁਣ ਜਿਹਦਾ ਨੇਮ ਸੀ ਰੋਜ਼ ਜਾ ਕਰਕੇ ਤੰਗ ਕਰਨਾ ਸਤ ਸੰਗੀ ਜਨ, ਉਹ ਵੀ ਜਾਂਦਾ ਉੱਥੇ, ਉਹ ਵੀ ਚਲਾ ਜਾਂਦਾ ਹੈ। ਉਹਨੇ ਦੇਖਿਆ ਵੀ ਅੱਜ ਤੇ ਆਇਆ ਹੀ ਨਹੀਂ, ਉਹ ਅੱਜ ਆਇਆ ਹੀ ਨਹੀਂ। ਹੁਣ ਉਹਦਾ ਮਨ ਵਿਆਕਲ ਹੋ ਗਿਆ ਵੀ ਮੈਂ ਤੰਗ ਕਿਹਨੂੰ ਕਰਾਂ। ਹੁਣ ਸਤ ਸੰਗੀ ਜਨ ਉਹ ਕੀ ਕਰਨਾ, ਕਹਿੰਦਾ ਵੀ ਚੱਲ ਜੀ ਉਹ ਨਹੀਂ ਆਇਆ, ਵੀ ਇੱਥੇ ਬਹਿ ਕੇ ਉਹ ਰਾਮ ਕਰ ਦਿੰਦਾ, ਮੈਂ ਵੀ ਵੇਖਾਂ ਸਿਵਲਾ ਬਹਿ ਕੇ ਇੱਥੇ। ਉਸੇ ਸਥਾਨ 'ਤੇ ਉਹ ਜਾ ਕੇ ਉਸ ਦਿਨ ਬਹਿ ਗਿਆ, ਪਰਮਾਤਮਾ ਦਾ ਨਾਮ ਜਪਣ ਲੱਗ ਪਿਆ। ਜਿਵੇਂ ਉਹ ਬੋਲਦਾ ਸੀ ਉਵੇਂ ਉਹ ਬੋਲਣ ਲੱਗ ਪਿਆ। ਬੋਲਦਿਆਂ ਕਿਉਂਕਿ ਜਗ੍ਹਾ ਭਗਤੀ ਵਾਲੀ ਸੀ, ਉੱਥੇ ਭਗਤੀ ਸਿਮਰਨ ਕੀਤਾ ਹੋਇਆ ਸੀ। ਜਿੱਥੇ ਭਗਤੀ ਕੀਤੀ ਹੋਵੇ, ਬੰਦਗੀ ਕੀਤੀ ਹੋਵੇ, ਉੱਥੇ ਮਨ ਜਲਦੀ ਜੁੜ ਜਾਂਦਾ ਹੈ, ਉੱਥੇ ਮਨ ਜਲਦੀ ਜੁੜਦਾ। ਮਨ ਜੁੜ ਗਿਆ ਪਰਮਾਤਮਾ ਦੇ ਚਰਨਾਂ ਦੇ ਨਾਲ, ਪਰਮਾਤਮਾ ਦੇ ਨਾਲ ਇੱਕ ਮਿਕਤਾ ਹੋਈ, ਪਰਮਾਤਮਾ ਨਾਲ ਗੱਲਾਂ ਹੋਈਆਂ। ਹੁਣ ਸਤ ਸੰਗੀ ਜਿਹਨੂੰ ਹੈ ਤੇ ਦੋਵਾਂ ਦਾ ਨੇਮ ਸੀ, ਪਰ ਨੇਮ ਟੁੱਟ ਗਿਆ। ਨੇਮ ਵੀ ਸਾਨੂੰ ਫਲ ਦਿੰਦਾ। ਜੇ ਨੇਮ ਨਾਲ ਅਸੀਂ ਗੁਰਦੁਆਰੇ ਆਉਣਾ ਕਰੀਏ ਨਾ, ਤਾਂ ਵੀ ਸਾਨੂੰ ਫਲ ਪ੍ਰਾਪਤ ਹੋਵੇਗਾ। ਜੇ ਨੇਮ ਨਾਲ ਅਸੀਂ ਨਿਤਨੇਮ ਕਰੀਏ ਤਾਂ ਫਲ ਤਾਂ ਨਿਤਨੇਮ ਦਾ ਤਾਂ ਫਲ ਹੀ ਬੜਾ ਵੱਡਾ ਜੀ, ਨਿਤਨੇਮ ਦਾ ਤਾਂ ਫਲ ਹੀ ਬੜਾ ਵੱਡਾ। ਕਲਗੀਧਰ ਪਿਤਾ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਸਨ ਕਿ ਜਦੋਂ ਕਲਗੀਧਰ ਪਿਤਾ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਤੋਰਿਆ ਨਾ ਮੈਦਾਨੇ ਜੰਗ ਦੇ ਵਿੱਚ, ਇਹ ਅਨੰਦਪੁਰ ਸਾਹਿਬ ਦੀ ਜੰਗ ਹੈ, ਪਹਾੜੀ ਰਾਜਿਆਂ ਦੇ ਨਾਲ ਅਨੰਦਪੁਰ ਸਾਹਿਬ ਦੀ ਜੰਗ।
ਉਦੋਂ ਸਾਹਿਬਜ਼ਾਦਾ ਅਜੀਤ ਸਿੰਘ ਸਿੱਖਾਂ ਨੇ, ਭਾਈ ਬਚਿੱਤਰ ਸਿੰਘ ਹੋਣੀ, ਜਿੰਨੇ ਵੀ ਸੂਰਬੀਰ ਯੋਧੇ ਨੇ, ਸਾਰੇ ਇਕੱਠਿਆਂ ਬਹਿ ਕੇ ਪਹਿਲਾਂ ਜਪਜੀ ਸਾਹਿਬ ਦਾ ਜਾਪ ਕੀਤਾ, ਜਪਜੀ ਸਾਹਿਬ ਦੀ ਬਾਣੀ ਪੜ੍ਹੀ। ਪੜ੍ਹਨ ਤੋਂ ਬਾਅਦ ਅਰਦਾਸ ਬੇਨਤੀ ਜੋਦੜੀ ਕਰਕੇ ਕਲਗੀਧਰ ਪਿਤਾ ਜੀ ਦੇ ਦਰਸ਼ਨ ਕਰਕੇ ਦੇਗ ਲੈ ਕੇ ਫਿਰ ਮੈਦਾਨੇ ਜੰਗ 'ਚ ਗਏ ਨੇ। ਭਾਵ ਲੜਨ ਵੀ ਜਾਂਦੇ ਨੇ, ਮੈਦਾਨੇ ਜੰਗ 'ਚ ਜੂਝਣ ਵੀ ਜਾਂਦੇ ਨੇ, ਬਾਣੀ ਦਾ ਆਸਰਾ ਨਹੀਂ ਛੱਡਦੇ, ਬਾਣੀ ਦਾ ਆਸਰਾ ਨਹੀਂ ਛੱਡਦੇ। ਤੇ ਸਤਿਗੁਰੂ ਜੀ ਨੇ ਸਾਨੂੰ ਬਾਣੀ ਦੇ ਲੜ ਲਾਉਣਾ ਕੀਤਾ ਹੈ। ਸਤਿਗੁਰੂ ਕਹਿੰਦੇ ਨੇ, ਭਲਿਆ ਤੂੰ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਜਦੋਂ ਤੇਰੇ ਅੰਦਰ ਸ਼ਬਦ ਦੀ ਕਮਾਈ ਹੋਏਗੀ ਨਾ, ਤੇਰੇ ਅੰਦਰ ਜਿਹੜਾ ਸ਼ਬਦ ਰੂਪੀ ਜੋਤ ਜਗ ਪਵੇਗੀ, ਗਿਆਨ ਰੂਪੀ ਦੀਵਾ ਜਗ ਪਵੇਗਾ, ਸਮਝ ਆ ਜਾਵੇਗੀ ਤੇਰੇ ਮਨ ਨੂੰ, ਫਿਰ ਤੇਰੇ ਅੰਦਰ ਸੁੱਖ ਵਸੇਗਾ, ਸੁੱਖ। ਫਿਰ ਮਨ ਕਦੀ ਦੁਖੀ ਨਹੀਂ ਹੋਵੇਗਾ। ਜੋਤੀ ਜੋਤ ਮਿਲਾਇਆ, ਤੇਰੀ ਜਿਹੜੀ ਆਤਮਾ ਦੀ ਜੋਤ ਆ ਨਾ, ਪਰਮਾਤਮਾ ਦੀ ਜੋਤ ਵਿੱਚ ਮਿਲ ਜਾਵੇਗੀ, ਪਰਮਾਤਮਾ ਦੀ ਜੋਤ ਵਿੱਚ ਮਿਲ ਜਾਵੇਗੀ। ਤੇ ਸਤਿਗੁਰੂ ਜੀ ਕਹਿੰਦੇ ਨੇ, ਭਾਈ ਥੋੜ੍ਹਾ ਜਿਹਾ ਬਚਣਾ ਪਵੇਗਾ, ਕਿਉਂਕਿ ਤੇਰੇ ਅੰਦਰ ਇਹ 5 ਦੂਤ ਵੀ ਬੈਠੇ ਨੇ। 5 ਦੂਤ ਚਿਤਵੈ ਵਿਕਾਰਾ। ਇਹ ਜਿਹੜੇ 5 ਦੂਤ ਨੇ ਨਾ, ਇਹ ਚਿਤਵਦੇ ਨੇ, ਚਿਤਵਦੇ ਨੇ। ਕੀ ਚਿਤਵਦੇ ਨੇ ਜੀ? ਵਿਕਾਰਾ। ਇਹ ਵਿਕਾਰ ਚਿਤਵਦੇ ਨੇ, ਮਾੜੀਆਂ ਗੱਲਾਂ ਚਿਤਵਦੇ ਨੇ, ਮਾੜਾ ਭਾਵ ਚਿਤਵਦੇ ਨੇ। ਲੋਭ ਜਦੋਂ ਪ੍ਰਬਲ ਹੁੰਦਾ ਹੈ ਨਾ, ਉਹ ਕੋਈ ਚੰਗੀ ਗੱਲ ਨਹੀਂ ਚਿਤਵਦਾ। ਲੋਭ ਵਿਕਾਰਾਂ ਨੂੰ ਚਿਤਵਦਾ ਹੈ, ਵਿਕਾਰਾਂ ਨੂੰ ਜਨਮ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਤੇਰੇ ਅੰਦਰ ਇਹ 5 ਬੈਠੇ ਨੇ, 5। ਇਹ 5 ਦੂਤ ਕਾਇਆ ਸੰਘਾਰ ਹੈ। ਇਹ ਜਿਹੜੇ 5 ਦੂਤ ਨੇ ਨਾ, ਇਹ ਕਾਇਆ ਦੇ ਉੱਪਰ ਸੰਘਾਰ ਕਰ ਰਹੇ। ਸੰਘਾਰ ਕਰਨਾ, ਵਾਰ ਕਰਨਾ, ਕਿਸੇ ਤੇ ਸੰਘਾਰ ਕਰ ਰਹੇ ਨੇ। ਤੈਨੂੰ ਮਾਰਨਾ ਚਾਹ ਰਹੇ ਨੇ, ਤੈਨੂੰ ਖਤਮ ਕਰਨਾ ਚਾਹ ਰਹੇ ਨੇ, ਤੇਰੇ ਉੱਤੇ ਹੈਵੀ ਨੇ। ਪਰ ਤੂੰ ਸ਼ਬਦ ਦੀ ਜੇ ਕਮਾਈ ਕਰੇ ਨਾ, ਤੇ ਇਹਨਾਂ 5 ਦੁਸ਼ਟਾਂ ਦੇ ਉੱਪਰ ਤੂੰ ਕਾਬੂ ਪਾ ਸਕਦਾ ਹੈ। ਗੁਰੂ ਦੀ ਕਿਰਪਾ ਹੋ ਜਾਵੇ ਤੇ ਦੂਤ ਦੁਸ਼ਟ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਸੇਵਕ ਦੀ ਪੈਜ ਕਰਤਾਰ ਫਿਰ ਰੱਖਦਾ ਏ, ਪਰ ਕਿਹਦੀ? ਜਿਹੜਾ ਸੇਵਕ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ, ਗੁਰੂ ਦੇ ਕਹੇ ਅਨੁਸਾਰ ਚੱਲਦਾ ਹੈ। ਪੁੱਤ ਪਿਤਾ ਦਾ ਕਹਿਣਾ ਨਾ ਮੰਨਦਾ ਹੋਵੇ ਨਾ, ਮਾੜੇ ਕਰਮ ਕਰਦਾ ਹੋਵੇ, ਮਾੜਾ ਬੋਲ ਬੋਲਦਾ ਹੋਵੇ, ਤੇ ਉਸੇ ਪੁੱਤ ਨੂੰ ਸਾਹਮਣੇ ਪੈਂਦੀਆਂ ਹੋਣ, ਤੇ ਕਈ ਵਾਰੀ ਪਿਓ ਵੀ ਕਹਿੰਦਾ ਕੋਈ ਨਹੀਂ, ਮੱਝ ਲੈਂਦੇ ਚਾਰੇ ਦੇ। ਕਿਉਂ? ਕਿਉਂਕਿ ਇਹ ਮੇਰਾ ਕਹਿਣਾ ਨਹੀਂ ਮੰਨਦਾ, ਇਹ ਮਾੜੇ ਕੰਮਾਂ ਵੱਲ ਧਿਆਨ ਦਿੰਦਾ, ਵੱਜਣ ਤੇ ਇਹਨੂੰ ਥੋੜ੍ਹੀ ਸਮਝ ਆਵੇ। ਤੇ ਜਿਸ ਪੁੱਤਰ ਮੰਨਦਾ ਗੱਲ ਹੋਵੇ, ਪਿਓ ਫਿਰ ਜਾਨ ਵਾਰਨ ਤੱਕ ਜਾਂਦਾ, ਕਹਿੰਦਾ ਮੇਰੇ ਪੁੱਤ ਨੂੰ ਹੱਥ ਲਾ ਕੇ ਦੱਸ ਇਹ ਮੇਰਾ ਪੁੱਤਰ ਆ। ਤੇ ਸਤ ਸੰਗੀ ਜਣੋ, ਜਦੋਂ ਪਰਮਾਤਮਾ ਦੇ ਪੁੱਤਰ ਬਣਾਂਗੇ ਨਾ, ਤੇ ਪਰਮਾਤਮਾ ਕਹੇਗਾ ਠੀਕ ਹੈ ਵੀ ਮੈਂ ਤੈਨੂੰ ਬਚਾਵਾਂਗਾ, ਚਿੰਤਾ ਨਾ ਕਰ, ਤੇਰੀ ਪੈਜ ਮੈਂ ਰੱਖਾਂਗਾ, ਤੇਰੀ ਪੈਜ ਤੇਰੀ ਪੱਤ ਮੈਂ ਰੱਖਾਂਗਾ, ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇਗਾ। ਤੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਸਤ ਸੰਗੀ ਜਨੋ, ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਏ। ਜਿਹਦੇ ਵੱਲ ਪਰਮਾਤਮਾ ਜਾਂ ਤੂੰ ਮੇਰੇ ਵੱਲ ਹੈ, ਤਾਂ ਕਿਆ ਮਹਿਸ਼ੰਦਾ, ਤਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਤੇ ਸਤ ਸੰਗੀ ਜਣੋ, ਮੇਰੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ 5 ਦੂਤ ਚਿਤਵੈ ਵਿਕਾਰਾ। ਇਹ ਜਿਹੜੇ 5 ਦੂਤ ਨੇ, ਇਹ ਵਿਕਾਰ ਚਿਤਵਰੇ ਨੇ। ਮਾਇਆ ਮੋਹ ਕਾ ਇਹੋ ਪਸਾਰਾ। ਆ ਜਿਹੜੀ ਮਾਇਆ ਪਰਮਾਤਮਾ ਨੇ ਖਿਲਾਰੀ ਹੈ ਨਾ, ਇਹ ਮੋਹ ਦਾ ਜਿਹੜਾ ਪਸਾਰਾ ਹੈ ਨਾ, ਇਹ ਸੰਸਾਰ ਵਿੱਚ ਵਿਚਰ ਰਿਹਾ ਹੈ। ਸਤਿਗੁਰ ਸੇਵੇ ਤਾਂ ਮੁਕਤ ਹੋਵੇ। ਸਤਿਗੁਰ ਸੇਵੇ ਤਾਂ ਮੁਕਤ ਹੋਵੇ। ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੀ ਸਿਮਰਨ ਤੋਂ ਬਿਨਾਂ
सतगुर की शरण तो बिना ऐ भई ध्यान रखी मुक्ति नहीं हो प्राप्त होनी। जीवन मुक्ति की इन्होंने पंजां दुष्टां तो भी मुक्ति प्राप्त नहीं होनी तेनों पहला। जिन्ना जिन्ना पंजां तो नहीं मुक्त होंदे जीवन किवें मुक्त हो जाएगा? पहला तो इन्होंने पंजां तो ही मुक्त होना है ना। सतगुर कहते इस करके शब्द की कमाई के नाल जुड़ना कर, गुरु के चरणों के नाल जुड़ना कर। गुरु तो बिना गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुक्त न पावे। सतगुर सेवे ता मुक्त होवे, पंच दूत वस आया। कहते जो गुरु के शब्द की कमाई हो गई, गुरु ने रहमत बख्शिश कर दी, नदर कर दी, तो ये पंज दूत जेड़े ने ना ये तेरे कंट्रोल में आ जाएंगे, वस में आ जाएंगे। तो जो ये वस में आ गए तो फिर तेरा जीवन थोड़ा सुखाला हो जाएगा, तेरा जीवन सुखाला हो जाएगा। तेरे जीवन दी रुकावटां ही ये पंज ने, काम, क्रोध, लोभ, मोह, अहंकार। ये रुकावटां ने तेरे जीवन के रस्ते में, तेरे आत्मक जीवन को अगे वधन नहीं देंदियां। तेरे आत्मक जीवन को ये अपनी मंजिल तक पहुँचने वास्ते पौड़ी दर पौड़ी, डंडा दर डंडा चढ़ नहीं दे रही, ये रोक रहे हैं। जो ये रोक रहे हैं तेरा जीवन अगां वधेगा ही नहीं। तो सतसंगी जनों, संसार दे विच चलदियां कोई साडे अगे रुकावट आवे ना तो असीं फट देनी उसका प्रबंध करते हैं। इतों तक कोई भैन भरा ही रुकावट बन जाए तो असीं उहदा भी प्रबंध कर दिंदे हां। असीं उहदे बारे भी सोचते हैं भी इहदे बारे सोचना पऊगा कुछ, ये तो मेरे कारोबार च, मेरे परिवार च रुकावट बन रहा, इनू अलग करो, इनू वखरा करो, इनू इधर भेजो, इनू उधर भेजो, इहदा ये कर दिओ, इहदा वो कर दिओ। सोचते हैं ना। कोई भी रुकावट आवे तुरंत उस टाइम असी सतसंगी जनों उहदा हीला वसीला करते हैं, क्योंकि सानू दिखता है, सानू समझ है इस गल की, अपने जीवन की समझ लग रही है। आत्मिक जीवन के जिहड़ियां चीज़ां रुकावटां बन रही हैं उहदी ध्यान ही कोई नहीं, क्योंकि आत्मिक जीवन नूं आपां देखना ही नहीं कीता, अंतर झाती नहीं मारना कीती भी साडा आत्मिक जीवन कितना गिरावट वाल जा रहा है। इनू आपां उच्चा लैके जाना सीगा कि आपां इस नूं तां लैके जांदे साडा आत्मिक जीवन उच्चा हुंदा, ते असीं किहा साडा कारोबार उच्चा होवे, साडा परिवार उच्चा होवे। सानू तो अपने कारोबार परिवार का अपना मान वडियाई रुतबे उच्चे होने की बड़ी चिंता है, पर आत्मिक जीवन की उचाई बारे असीं कदी नहीं सोचते। जतन किते कीता होवे भी आत्मिक जीवन चुक लईए, आत्मिक जीवन साडा सच्चा सुच्चा होवे, साडी आत्मिक जीवन के अंदर सच्चाई होवे, साडा आत्मिक जीवन परमात्मा का प्यारा होवे, असीं परमात्मा नाल प्यार करते होइए। तो सतसंगी जनों, इस संसार दे विच मेरे साहिब कहंदे ने भई तू सच दे मार्ग ते चल ते सही, उस्तत करै जहान। सच्चे मार्ग चलदियां उस्तत करै जहान। तेरी वडियाई तेरी सिफत तो संसार करेगा। तू मार्ग सच ते चल सी, आ जी वडियाई तेरी च हो रही है ना, ये उन्नी देर हो रही है जिन्नी देर तू अपने रुतबे ते है, अपने रुतबे ते। जिधर रुतबे तो थले उतरिया सब वडियाई गई, सब मान गया। जिन्नी देर तक तेरे को धन आ तेनों सारे प्यार करनगे, प्रीत करनगे। ये तो साडा प्रैक्टिकल आ, ये तो किनू पुछण दसन की लोड़ ही नहीं। धन होवे सारे सज्जन मित्र नहीं, सानू प्रैक्टिकल पता है, पर प्रैक्टिकल पता होने के बावजूद भी सतसंगी जनों असी इस गल नूं हिरदे च टकाया नहीं आ। इस गल नूं आपां जीवन ते लागू नहीं किया भी हुण अगे करना की, पता तो लग गया भी आ जिहड़े भैन भाई सज्जन मित्र ने आ मेरी जेब च 4 नोट ने खड़कदे इहदे करके तुरे फिरदे मेरे अगे, पता तो हैगा ही आ। पर करना की सी भी उन्हां नाल प्रीत घटा के उहदे नाल प्रीत पा लैंदे जिहड़ा अंत समय तक साडे नाल रहिंदा, अंत समय तक साडा सहाई बनदा। वो है शब्द की कमाई। तो सतगुरु जी कृपा करते ने
ਕਹਿੰਦੇ ਤੇਰਾ ਜੀਵਨ ਸਤਿਗੁਰ ਸੇਵੇ ਤਾਂ ਮੁਕਤ ਹੋਵੇ ਪੰਚ ਦੂਤ ਵਸ ਆਇਆ। ਪੰਜ ਦੂਤ ਵੀ ਵਸ ਵਿੱਚ ਆ ਜਾਣਗੇ, ਸਤਿਗੁਰ ਦੀ ਸੇਵਾ ਵਿੱਚ ਲੱਗ ਜਾ, ਤੇਰਾ ਜੀਵਨ ਮੁਕਤ ਹੋ ਜਾਵੇਗਾ। ਸਪਸ਼ਟ ਕਰ ਦਿੱਤਾ ਸਤਿਗੁਰੂ ਜੀ, ਕਹਿੰਦੇ ਬਾਜ ਗੁਰੂ ਹੈ ਮੋਹ ਗੁਬਾਰਾ, ਫਿਰ ਡੁੱਬੈ ਵਾਰੋ ਵਾਰਾ। ਸਤਿਗੁਰ ਭੇਟੇ ਸੱਚ ਦ੍ਰਿੜਾਏ, ਸੱਚ ਨਾਮ ਮਨ ਪਾਇਆ। ਸਤਿਗੁਰ ਕਿਰਪਾ ਕਰ ਰਹੇ ਨੇ, ਕਹਿੰਦੇ ਸੱਚ ਦੇ ਨਾਮ ਨੂੰ ਦ੍ਰਿੜਾਉਣਾ ਕਰ, ਪੱਕਾ ਕਰ ਲਾ ਆਪਣੇ ਹਿਰਦੇ ਦੇ ਅੰਦਰ। ਸੱਚ ਨਾਮ ਦੇ ਵਿੱਚ ਵਸ ਜਾ ਤੇ ਧਿਆਨ ਵਿੱਚ ਕਰ ਲਾ ਕਿ ਬਾਜ ਗੁਰੂ ਹੈ ਮੋਹ ਗੁਬਾਰਾ। ਮੋਹ ਗੁਬਾਰਾ, ਮੋਹ ਦਾ ਜਿਹੜਾ ਹਨੇਰਾ ਹੈ ਨਾ, ਅਗਿਆਨਤਾ ਦਾ ਜਿਹੜਾ ਹਨੇਰਾ ਹੈ, ਇਹ ਗੁਰੂ ਤੋਂ ਬਿਨਾਂ ਦੂਰ ਨਹੀਂ ਆਉਣਾ। ਇਹ ਹਨੇਰੇ ਤੋਂ ਬਚਣਾ ਕਰ, ਫਿਰ ਡੁੱਬੇ ਵਾਰੋ ਵਾਰਾ, ਬਾਰ ਬਾਰ ਡੁੱਬੇਗਾ, ਬਾਰ ਬਾਰ ਡੁੱਬੇਗਾ। ਤੇ ਇਸ ਡੁੱਬ ਰਹੇ ਭਵਜਲ ਸੰਸਾਰ ਦੇ ਵਿੱਚੋਂ ਬਾਹਾਂ ਪਕੜ ਗੁਰ ਕਾਢਿਆ। ਗੁਰੂ ਹੀ ਹੈ ਜਿਹੜਾ ਬਾਂਹ ਪਕੜ ਕੇ ਤੈਨੂੰ ਇਹਦੇ ਵਿੱਚੋਂ ਕੱਢ ਸਕਦਾ ਹੈ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਅਸੀਂ ਆਪਣੀ ਬਾਂਹ ਗੁਰੂ ਨੂੰ ਪਕੜਾ ਦਈਏ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਫੜਾ ਦਈਏ। ਅਸੀਂ ਤਾਂ ਸਤ ਸੰਗੀ ਜਨ ਉਸ ਭਵਜਲ ਸਾਗਰ ਦੇ ਵਿੱਚ ਐਂ ਡੁੱਬੇ ਪਏ ਨੱਕੋ ਨੱਕ, ਬਾਂਹ ਵੀ ਨਹੀਂ ਬਾਹਰ ਕੱਢਦੇ। ਕੋਈ ਡੁੱਬ ਰਿਹਾ ਹੋਵੇ ਨਾ ਤੇ ਮਾੜੀ ਮੋਟੀ ਉਂਗਲ ਬਾਂਹ ਬਾਹਰ ਕੱਢੇ, ਹੱਥ ਬਾਹਰ ਕੱਢੇ, ਤੇ ਕੋਈ ਫੜਨ ਵਾਲੇ ਜਾਂਦੇ ਨੇ, ਉਹਨੂੰ ਫੜਨ ਦਾ ਯਤਨ ਕਰਦੇ, ਬਚਾਉਣ ਦਾ ਯਤਨ ਕਰਦੇ ਨੇ, ਤੇ ਜਿਹੜਾ ਬਾਂਹ ਉੱਪਰ ਕਰੇ ਹੀ ਨਾ, ਕੱਢੇ ਹੀ ਨਾ, ਤੇ ਸਤ ਸੰਗੀ ਫਿਰ ਉਹ ਡੁੱਬੇਗਾ ਹੀ ਨਾ। ਇਸ ਕਰਕੇ ਥੋੜ੍ਹੀ ਜਿਹੀ ਬਾਂਹ ਤਾਂ ਬਾਹਰ ਕੱਢੀਏ ਨਾ, ਕੁਝ ਦਿਖਾਈਏ ਤਾਂ ਸਹੀ ਪਰਮਾਤਮਾ ਨੂੰ ਵੀ ਅਸੀਂ ਡੁੱਬਦੇ ਪਏ ਆ, ਦੇਖ ਤੇਰੇ ਬੱਚੇ ਆ, ਫੜ ਸਾਨੂੰ, ਬਾਂਹ ਦਿਖਾਈਏ ਉਹਨੂੰ। ਤੇ ਜਦੋਂ ਅਸੀਂ ਸਾਡੀ ਬਾਂਹ ਦਿਖੇਗੀ ਰੱਬ ਨੂੰ, ਪਰਮਾਤਮਾ ਨੂੰ, ਫਿਰ ਸਾਨੂੰ ਬਚਾਵੇਗਾ ਵੀ ਡੁੱਬਦਿਆਂ ਨੂੰ, ਉਹ ਬਚਾਵੇਗਾ ਸਾਨੂੰ ਡੁੱਬਦਿਆਂ ਨੂੰ, ਕੱਢੇਗਾ ਬਾਹਰ। ਤੇ ਬਾਂਹ ਫੜਾਉਣ ਤੋਂ ਭਾਵ ਕੀ ਹੈ ਕਿ ਪਰਮੇਸ਼ਰ ਪਰਮਾਤਮਾ ਵਾਲੇ ਹੋ ਜਾਈਏ, ਗੁਰੂ ਘਰ ਆਉਣਾ ਕਰੀਏ, ਗੁਰੂਦੁਆਰੇ ਹੋਏ ਸੋਝੀ ਪਾਏ ਸੀ, ਇਸ ਦਰ ਤੋਂ ਆ ਕਰਕੇ ਸੋਝੀ ਪ੍ਰਾਪਤ ਕਰੀਏ, ਗਿਆਨ ਪ੍ਰਾਪਤ ਕਰੀਏ। ਤੇ ਸਤ ਸੰਗੀ ਜਣੋ, ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਤ ਹੈ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਅਸਾਂ ਜੀਵਾਂ ਤੇ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਤੇ ਨਿਆਰੇਪਨ ਵਿੱਚ ਰਹੀਏ, ਨਿਆਰਾਪਨ, ਗੁਰੂ ਦਾ ਪ੍ਰਤਾਪ, ਗੁਰੂ ਦਾ ਤੇਜ, ਸਤ ਸੰਗੀ ਜਨੋ ਸਦਾ ਅਸੀਂ ਮਾਣਦੇ ਰਵਾਂਗੇ। ਲੱਖ ਕੋਈ ਕਹੀ ਜਾਵੇ, ਅਸੀਂ ਭਾਵੇਂ 2% ਆ ਜੀ, ਇਹ ਘੱਟ ਗਿਣਤੀ ਦੇ ਵਿੱਚ ਹੈ। ਸਤ ਸੰਗੀ ਜਣੋ, ਉਹ ਘੱਟ ਗਿਣਤੀ ਸੀ ਜਿਨ੍ਹਾਂ ਨੇ ਕੱਲ੍ਹ ਦੇ ਦਿਨ ਆਪ ਜੀ ਨੇ ਸਰਵਣ ਕੀਤਾ ਸੀ, ਸਾਕਾ ਨਨਕਾਣਾ, ਜਿਨ੍ਹਾਂ ਨੇ ਜਾਨਾਂ ਹੂਲ ਕਰਕੇ, ਆਪਾ ਵਾਰ ਕਰਕੇ, ਇਹਨਾਂ ਦੀਆਂ ਬਹੁ ਬੇਟਿਆਂ ਦੀ ਲੁੱਟੀਆਂ ਹੋਈਆਂ ਇੱਜ਼ਤਾਂ, ਪੱਤਾਂ ਦਾ ਬਦਲਾ ਲਿਆ ਸੀ, ਪੱਤਾਂ ਦਾ। ਜੇ ਇਤਿਹਾਸ ਯਾਦ ਹੋਵੇ ਸਤ ਸੰਗੀ ਜਿਹਨੂੰ, ਇਹਨਾਂ ਲੋਕਾਂ ਨੂੰ, ਇਹਨਾਂ ਨੂੰ ਪੁੱਛਿਓ ਜਾ ਕੇ, ਸਾਕੇ ਨਨਕਾਣੇ ਦੇ ਵਿੱਚ ਸਾਡੀ ਕਿਸੇ ਬਹੂ ਧੀ ਭੈਣ ਦੀ ਇੱਜ਼ਤ ਨਹੀਂ ਸੀ ਲੁੱਟੀ ਗਈ। ਕਿਤੇ ਪੜ੍ਹਿਓ ਇਤਿਹਾਸ, ਤੁਹਾਡੀ ਧੀ ਭੈਣ ਦੀ ਇੱਜ਼ਤ ਲੁੱਟੀ ਗਈ ਸੀ। ਤੇ ਇਹ 2% ਲੋਕਾਂ ਨੇ ਜਾ ਕਰਕੇ ਉਹਨਾਂ ਮਸੰਦਾਂ ਨੂੰ ਸੋਧਾ ਲਾਉਣਾ ਕੀਤਾ ਸੀ, ਉਹਨਾਂ ਦੇ ਨਾਲ ਲੜਨਾ ਕੀਤਾ ਸੀ, ਆਪਾ ਵਾਰੇ ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਪਰ ਸਤ ਸੰਗੀ ਜਨੋ, ਇਹ ਭੁੱਲ ਬੈਠੇ ਨੇ। ਗੁਰੂ ਕਿਰਪਾ ਕਰੇ, ਅਸੀਂ ਨਿਆਰੇਪਣ 'ਚ ਰਹੀਏ, ਸਾਨੂੰ ਪ੍ਰਤਾਪ ਗੁਰੂ ਦਾ ਮਿਲਦਾ ਰਹਿਣਾ, ਸਾਡਾ ਨਿਆਰਾਪਨ ਹੋਣਾ ਚਾਹੀਦਾ ਹੈ। ਸਾਨੂੰ ਨਹੀਂ ਕੋਈ ਮਾਰ ਸਕਦਾ, ਸਾਨੂੰ ਕੋਈ ਨਹੀਂ ਮਾਰ ਸਕਦਾ, ਕਿਉਂਕਿ ਖਾਲਸਾ ਇੱਥੇ ਨਹੀਂ ਹੈ। ਖਾਲਸਾ ਕੋਈ ਇਹ ਥੋੜ੍ਹਾ ਕਿ 2% ਅਸੀਂ ਪੰਜਾਬ 'ਚ ਜਾਂ ਲੁਧਿਆਣੇ 'ਚ ਬੈਠੇ ਹਾਂ। ਖਾਲਸਾ ਤੇ ਵਰਲਡ ਵਾਈਡ ਹੋ ਚੁੱਕਿਆ ਹੈ। ਸਾਡੇ ਨਿਸ਼ਾਨ ਵਰਲਡ ਵਾਈਡ ਝੂਲਦੇ ਨੇ, ਸਾਡੇ ਨਿਸ਼ਾਨਾਂ ਨੂੰ ਕੋਈ ਹਟਾ ਨਹੀਂ ਸਕਦਾ। ਸਤ ਸੰਗੀ ਜਨੋ, ਫਿਰ ਇਤਿਹਾਸ ਦੀ ਗੱਲ ਚੇਤੇ ਆ ਗਈ। ਚਮਤੁੱਲਾ ਭਾਊ ਮਾਰਿਆ ਗਿਆ ਮੈਦਾਨੇ ਜੰਗ ਦੇ ਵਿੱਚ, ਪਹਾੜੀ ਰਾਜਿਆਂ ਦੇ ਨਾਲ ਆਇਆ ਸੀ, ਗੁੱਜਰਾਂ ਦਾ ਇਹ ਸਰਦਾਰ ਸੀ। ਤੇ ਭਾਈ ਮਾਨ ਸਿੰਘ ਨੇ ਨਿਸ਼ਾਨ ਗੱਢ ਦਿੱਤਾ, ਕਹਿੰਦੇ ਕੋਈ ਹੈ ਸੂਰਮਾ ਤੇ ਇਸ ਦੀ ਲੋਥ ਤੱਕ ਕੋਈ ਆਵੇ, ਲਿਜਾ ਕੇ ਦੱਸੇ। ਜ਼ੋਰ ਲਾ ਲਿਆ ਪਹਾੜੀ ਰਾਜਿਆਂ ਨੇ, ਭਾਈ ਮਾਨ ਸਿੰਘ ਜੀ ਦਾ ਪੈਰ ਤੱਕ ਨਹੀਂ ਹਿਲਾ ਸਕੇ, ਪੈਰ ਤੱਕ ਉੱਥੋਂ ਨਾ ਲੋਥ ਲਿਜਾ ਸਕੇ,
ਤੇ ਨਾ ਝੰਡਾ, ਕਹਿੰਦੇ ਝੰਡਾ ਵੀ ਖੋਹ ਲਿਆਉਣਾ ਅਸੀਂ ਤੇ ਜੀ, ਅਸੀਂ ਤੇ ਧੂ ਕੇ ਲੈਵਾਂਗੇ, ਪਰ ਕੋਈ ਨਹੀਂ ਆ ਸਕਿਆ ਅੱਗੇ। ਤੇ ਅੱਜ ਵੀ ਝੰਡੇ ਝੂਲਦੇ ਨੇ। ਮਾਨ ਸਿੰਘ ਵਰਗੇ, ਭਾਈ ਬਚਿੱਤਰ ਸਿੰਘ ਵੱਡੇ ਵਰਗੇ ਕਲਗੀਧਰ ਦੇ ਪੁੱਤਰ ਅੱਜ ਵੀ ਝੰਡੇ ਗੱਡੀ ਬੈਠੇ ਨੇ। ਕੋਈ ਨਹੀਂ ਹਿਲਾ ਸਕਦਾ ਉਹਨਾਂ ਦੇ ਝੰਡਿਆਂ ਨੂੰ, ਕੋਈ ਨਹੀਂ ਹਿਲਾ ਪਾਵੇਗਾ। ਲੱਖ ਜਿੰਨੀਆਂ ਮਰਜ਼ੀ ਕੋਈ ਧਮਕੀਆਂ ਦੇਈ ਜਾਵੇ, ਲੱਖ ਜਿੰਨਾ ਮਰਜ਼ੀ ਕੋਈ ਡਰਾਵੇ ਦੇਈ ਜਾਵੇ, ਇਹ ਕੌਮ ਡਰਨ ਵਾਲਿਆਂ ਚੋਂ ਨਹੀਂ ਹੈ। ਪੈ ਕਾਹੂ ਕੋ ਦੇਤ ਨਾ ਨਹਿ ਪੈ ਮਾਨਤ ਆਣ। ਅਸੀਂ ਡਰ ਕਿਸੇ ਨੂੰ ਦਿੰਦੇ ਨਹੀਂ ਤੇ ਕਿਸੇ ਕੋਲੋਂ ਡਰਦੇ ਵੀ ਨਹੀਂ। ਗੁਰੂ ਕਿਰਪਾ ਹੈ, ਰਹਿਮਤ ਹੈ ਸਾਡੇ ਤੇ। ਇਸੇ ਤਰ੍ਹਾਂ ਸਤਿਗੁਰੂ ਜੀ ਬੜੀ ਲੜਾਈ ਰੱਖਣ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰਹੂੰ ਇਨ ਕੀ ਪ੍ਰਤੀਤ। ਹੋਈਆਂ ਪੁੱਲਾਂ ਨਾਲ ਚਤਾਰਦੇ ਹੋਏ ਲਵਾਓ ਹਾਜ਼ਰੀ, ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾ ਗਾਵੋ ਹਰਿ ਕੇਰਾ, ਮੰਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੋ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੋ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ।